ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਕੱਤਰਤਾ ਦੇ ਵਿੱਚ ਸਭ ਦਾ ਸਵਾਗਤ ਹੈ ਜੀ। ਅੱਜ ਕਰੀਬ 6 ਮਹੀਨੇ ਦੇ ਕਰੀਬ ਜਿਹੜਾ ਸਮਾਂ ਹੋ ਚੱਲਿਆ ਜੀ ਇਸ ਕੈਂਪ ਨੂੰ ਚੱਲਦੇ ਹੋਏ ਜੀ। ਸੋ ਸਭ ਤੋਂ ਪਹਿਲਾਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਇਹ ਕੈਂਪ ਜਿਹੜਾ ਸ਼ੁਰੂ ਕੀਤਾ ਤੇ ਲਗਾਤਾਰ ਜਿਹੜਾ ਇਹ ਜਾਰੀ ਹੈ ਜੀ। ਸਭ ਤੋਂ ਪਹਿਲਾਂ ਕੈਂਪ ਦੀ ਆਰੰਭਤਾ ਰੋਜ਼ਾਨਾ ਦੀ ਤਰ੍ਹਾਂ ਜਿਹੜਾ ਹੈ ਉਹ ਜਾਪ ਸੇਵਾ ਤੇ ਕੀਰਤਨ ਸੇਵਾ ਦੁਆਰਾ ਹੋਵੇਗੀ ਜੀ। ਜਾਪ ਸੇਵਾ ਲੈਣਗੇ ਜੀ ਹਰਦੀਪ ਕੌਰ ਜੀ, EPP ਨੰਬਰ 15629 ਪਟਿਆਲਾ ਜ਼ੋਨ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਨਾਮ ਹਰਦੀਪ ਕੌਰ ਹੈ। ਮੇਰਾ EPP ਨੰਬਰ 15629 ਹੈ ਜੀ ਅਤੇ ਮੇਰਾ ਜ਼ੋਨ ਪਟਿਆਲਾ ਹੈ ਅਤੇ YC ਸਰਬਜੀਤ ਸਿੰਘ ਕੜਾਮ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟਾ ਜੀ ਆਪ ਜੀ ਦਾ। ਹੁਣ ਅਗਲੀ ਸੇਵਾ ਕੀਰਤਨ ਸੇਵਾ ਜਿਹੜੀ ਹੈ ਉਹ ਗੁਰਪਾਰਸ ਸਿੰਘ ਜੀ ਮੋਹਾਲੀ ਤੋਂ ਕੀਰਤਨ ਸੇਵਾ ਲੈਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੀਸ ਦਿਆ ਸੀਸ ਦਿਆ ਸੀਸ ਦਿਆ ਸੀਸ ਦਿਆ ਸੀਸ ਦਿਆ ਪਰ ਸਿਰ ਸੀਸ ਦਿਆ ਪਰ ਸਿਰ ਕਰਮ ਹਿਤ ਸਾਖਾ ਜਿਨ ਕੀਆ ਕਰਮ ਹਿਤ ਸਾਖਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸੀਸ ਦਿਆ ਪਰ ਸਿਰ ਨਾ ਦਿਆ ਸੀਸ ਦਿਆ ਪਰ ਸਿਰ ਸੀਸ ਦਿਆ ਸੀਸ ਦਿਆ ਸੀਸ ਦਿਆ ਸੀਸ ਦਿਆ ਸੀਸ ਦਿਆ ਪਰ ਸਿਰ ਤਿਲਕ ਜੰਜੂ ਰਾਖਾ ਪ੍ਰਭ ਤਾਂਗਾ ਤਿਲਕ ਜੰਜੂ ਰਾਖਾ ਪ੍ਰਭ ਤਾਂਗਾ ਕੀਨੂ ਬੜੋ ਕਲੂ ਮੈਂ ਸਾਕਾ ਕੀਨੂ ਬੜੋ ਕਲੂ ਮੈਂ ਸਾਕਾ ਕੀਨੂ ਬੜੋ ਕਲੂ ਮੈਂ ਸਾਕਾ ਸੀਸ ਦਿਆ ਸੀਸ ਦਿਆ ਸੀਸ ਦਿਆ ਸੀਸ ਦਿਆ
शीस दिया और सिर रख दिया। साधन वेद इति जिन करी, साधन वेद इति जिन करी, शीस दिया पर सीना उचरी, शीस दिया पर सीना उचरी, शीस दिया और शीस दिया और शीस दिया, शीस दिया, शीस दिया और सिर रख दिया। नाटक चेतक किए को काजा, नाटक चेतक किए को काजा, प्रभ लोगन के आवत लाजा, प्रभ लोगन के आवत लाजा, प्रभ लोगन के आवत लाजा, प्रभ लोगन के आवत लाजा। शीस दिया, शीस दिया, शीस दिया, शीस दिया, शीस दिया और सिर रख दिया। शीस दिया और सिर रख दिया। शीस दिया और सिर रख दिया। वाहिगुरु जी का खालसा, वाहिगुरु जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟਾ ਗੁਰਪਾਰਸ ਸਿੰਘ ਜੀ, ਆਪ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸ਼ਬਦ ਗਾਇਨ ਕੀਤਾ ਜੀ। ਹੁਣ ਅਸੀਂ ਆਪਣੇ ਪਹਿਲੇ ਸੈਸ਼ਨ ਵੱਲ ਵਧਦੇ ਹਾਂ ਜੀ। ਸਾਡਾ ਪਹਿਲਾ ਸੈਸ਼ਨ ਲੈਣਗੇ ਜੀ ਜਸਪ੍ਰੀਤ ਕੌਰ ਜੀ, EPP ਨੰਬਰ 14643 ਮਹਿਲ ਕਲਾਂ ਤੋਂ। ਇਹਨਾਂ ਦਾ ਵਿਸ਼ਾ ਹੈ ਜੀ ਸੇਵਾ। ਬੇਟਾ ਜਸਪ੍ਰੀਤ ਕੌਰ ਜੀ, EPP ਨੰਬਰ 14643। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਵਾਜ਼ ਆ ਰਹੀ ਹੈ? ਹਾਂਜੀ ਬੇਟਾ ਜੀ, ਆਵਾਜ਼ ਆ ਰਹੀ ਹੈ ਆਪ ਜੀ ਦੀ। ਮੇਰਾ ਨਾਮ ਜਸਪ੍ਰੀਤ ਕੌਰ ਹੈ ਅਤੇ ਮੇਰੇ EPP ਨੰਬਰ 643 ਹੈ। ਮੇਰਾ ਅੱਜ ਦਾ ਵਿਸ਼ਾ ਹੈ ਸੇਵਾ। ਸੇਵਾ ਕੀ ਹੈ? ਸੇਵਾ ਤੋਂ ਭਾਵ ਹੈ ਬਿਨਾਂ ਕਿਸੇ ਇੱਛਾ ਦੇ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨਾ। ਅਧਿਆਤਮਿਕ ਮਾਰਗ ਤੇ ਚੱਲਣ ਲਈ ਸੇਵਾ ਦੀ ਬੜੀ ਮਹਾਨਤਾ ਹੈ। ਗੁਰੂ ਸਾਹਿਬਾਨ ਗੁਰਸਿੱਖਾਂ ਦੇ ਜੀਵਨ ਵਿੱਚ ਸੇਵਾ ਦੀ ਬਹੁਤ ਵੱਡੀ ਮਿਸਾਲ ਦਰਸਾਉਂਦੇ ਹਨ। ਸੇਵਾ ਕਰਨ ਨਾਲ ਮਨ ਵਿੱਚ ਨਿਮਰਤਾ ਆਉਂਦੀ ਹੈ ਅਤੇ ਮਨ ਨਿਰਮਲ ਹੋ ਕੇ ਨਾਮ ਨਾਲ ਜੁੜਦਾ ਹੈ। ਸੇਵਾ ਨਿਸ਼ਕਾਮ ਹੋ ਕੇ ਕਰਨ ਨਾਲ ਨਾਮ ਦੀ ਬਖਸ਼ਿਸ਼ ਹੁੰਦੀ ਹੈ। ਸੇਵਾ ਕਰਤ ਹੋਏ ਨਹਿਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਰਨ ਵਾਲੇ ਦੇ ਅੰਦਰੋਂ ਹਉਮੈ ਵੀ ਚਲੀ ਜਾਂਦੀ ਹੈ। ਗੁਰਬਾਣੀ ਦਾ ਫੁਰਮਾਨ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਪੰਚ ਇੰਦਰੀਆ ਫਲ ਪਾਵਨਾ, ਹਉਮੈ ਵਿਛੋ ਜਾਏ। ਮਨੁੱਖ ਦਾ ਹਰ ਕਾਰਜ ਹਉਮੈ ਨਾਲ ਭਰਿਆ ਹੁੰਦਾ ਹੈ, ਪਰ ਸੇਵਾ ਦੀ ਭਾਵਨਾ ਹਉਮੈ ਨੂੰ ਨਸ਼ਟ ਕਰਦੀ ਹੈ, ਕਿਉਂਕਿ ਹਉਮੈ ਧੁੰਦ ਵਾਂਗ ਹੈ ਅਤੇ ਸੇਵਾ ਪ੍ਰਕਾਸ਼ ਦੀ ਤਰ੍ਹਾਂ ਹੈ। ਹਉਮੈ ਦੇ ਕਾਰਨ ਮਨੁੱਖ ਸਿਰਫ ਆਪਣੇ ਆਪ ਬਾਰੇ ਹੀ ਸੋਚਦਾ ਹੈ, ਪਰ ਸੇਵਾ ਦੀ ਭਾਵਨਾ ਸਮੇਂ ਉਹ ਦੂਜਿਆਂ ਬਾਰੇ ਵੀ ਸੋਚਦਾ ਹੈ। ਸੇਵਾ 3 ਪ੍ਰਕਾਰ ਦੀ ਹੁੰਦੀ ਹੈ: ਧਨ ਦੀ ਸੇਵਾ, ਤਨ ਦੀ ਸੇਵਾ ਅਤੇ ਮਨ ਦੀ ਸੇਵਾ। ਧਨ ਦੀ ਸੇਵਾ, ਕਿਰਤ ਕਰਕੇ ਵੰਡ ਛਕਣਾ। ਦਸਾਂ ਨੌਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਗੁਰੂ ਵਾਲੇ ਪਾਸੇ ਲਾਉਣਾ। ਗੁਰਬਾਣੀ ਦਾ ਫੁਰਮਾਨ ਹੈ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਮਨ ਦੀ ਸੇਵਾ, ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਤੋਂ ਬਚਾਉਣਾ ਅਤੇ ਸ਼ਬਦ ਗੁਰੂ ਨਾਲ ਜੋੜਨਾ। ਗੁਰੂ ਦਾ ਹੁਕਮ ਅਤੇ ਭਾਣਾ ਮੰਨਣਾ।
ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਤਨ ਦੀ ਸੇਵਾ ਹੱਥਾਂ ਪੈਰਾਂ ਨਾਲ ਸਰਬੱਤ ਦੇ ਭਲੇ ਲਈ ਸੇਵਾ ਕਰਨੀ, ਜਿਵੇਂ ਲੰਗਰ ਪਕਾਉਣਾ ਤੇ ਵਰਤਾਉਣਾ, ਬਰਤਨ ਸਾਫ਼ ਕਰਨੇ, ਝਾੜੂ ਲਾਉਣਾ, ਪਾਣੀ ਦੀ ਸੇਵਾ, ਕਿਸੇ ਬਿਮਾਰ ਦੀ ਸੇਵਾ ਕਰਨੀ ਆਦਿ। ਬਿਨ ਸੇਵਾ ਤ੍ਰਿਗਹਤ ਪੈਰ ਹੋਰ ਨਹਿਫਲ ਕਰਨੀ। ਸੇਵਾ ਕਰਨ ਦੀ ਭਾਵਨਾ ਲਈ ਬੜੇ ਉੱਚੇ ਆਚਰਣ ਦੀ ਲੋੜ ਹੈ। ਗੁਰਬਾਣੀ ਦਾ ਫੁਰਮਾਨ ਹੈ, ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਤੇ ਆਇਆ, ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੂਕ੍ਰਿਤ ਧਰਮ ਕਮਾਇਆ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਭਾਵ ਜੋ ਸੰਤੋਖੀ ਮਨੁੱਖ ਸਦਾ ਇੱਕ ਅਬਿਨਾਸੀ ਪਰਮਾਤਮਾ ਨੂੰ ਸਿਮਰਦੇ ਹਨ, ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ ਅਤੇ ਭਲਾ ਕੰਮ ਹੀ ਕਰਦੇ ਹਨ ਅਤੇ ਧਰਮ ਅਨੁਸਾਰ ਜੀਵਨ ਜਿਉਂਦੇ ਹਨ, ਦੁਨੀਆ ਦੇ ਬੰਧਨਾਂ ਵਿੱਚ ਨਹੀਂ ਪੈਂਦੇ ਅਤੇ ਸਰੀਰਕ ਨਿਰਵਾਹ ਵਾਸਤੇ ਹੀ ਖਾਂਦੇ ਹਨ, ਉਹੀ ਸੇਵਾ ਕਰਦੇ ਹਨ। ਗੁਰਬਾਣੀ ਵਿੱਚ ਸੇਵਾ ਕਰਨ ਉੱਤੇ ਬਹੁਤ ਬਲ ਦਿੱਤਾ ਹੈ। ਸੇਵਾ ਕਰਨ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਵੈਸਣ ਪਾਈਏ। ਸੇਵਾ ਵਿੱਚ ਮਨੁੱਖੀ ਕਰਤੱਵਾਂ ਦੀ ਪਾਲਣਾ, ਪਰਉਪਕਾਰ ਕਰਨਾ, ਮਨੁੱਖਤਾ ਦੀ ਸੇਵਾ ਕਰਨੀ, ਇਹ ਸਭ ਆ ਜਾਂਦੇ ਹਨ। ਸਿੱਖ ਧਰਮ ਵਿੱਚ ਨਿਸ਼ਕਾਮ, ਨਿਸ਼ਕਪਟ, ਨਿਮਰਤਾ, ਸ਼ੁੱਧ ਹਿਰਦੇ ਨਾਲ ਅਤੇ ਆਪਾ ਭਾਵ ਗਵਾ ਕੇ ਕੀਤੀ ਸੇਵਾ ਨੂੰ ਹੀ ਸੱਚੀ ਸੇਵਾ ਮੰਨਿਆ ਗਿਆ ਹੈ। ਭਾਈ ਕਨ੍ਹੱਈਆ ਜੀ ਵੱਲੋਂ ਕੀਤੀ ਗਈ ਸੇਵਾ। ਭਾਈ ਕਨ੍ਹੱਈਆ ਜੀ ਮਨੁੱਖਤਾ ਦੀ ਸੇਵਾ ਦੀ ਇੱਕ ਬਹੁਤ ਵੱਡੀ ਮਿਸਾਲ ਹਨ। ਉਹ ਯੁੱਧ ਦੇ ਮੈਦਾਨ ਵਿੱਚ ਵੈਰੀਆਂ ਨੂੰ ਵੀ ਸਮਾਨ ਭਾਵਨਾ ਨਾਲ ਜਲ ਪਿਆਉਂਦੇ ਸਨ ਅਤੇ ਬਾਅਦ ਵਿੱਚ ਮਰਮ ਪੱਟੀ ਵੀ ਕੀਤੀ, ਕਿਉਂਕਿ ਉਹਨਾਂ ਨੂੰ ਹਰ ਇੱਕ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਸਨ। ਸਾਨੂੰ ਵੀ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਸਮੇਂ ਭਾਈ ਲਹਿਣਾ ਜੀ ਨੇ ਸੇਵਾ ਕੀਤੀ ਅਤੇ ਸੱਚੀ ਸੇਵਾ ਕਰਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਗੁਰਗੱਦੀ ਬਖਸ਼ੀ ਅਤੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਬਣ ਗਏ। ਗੁਰੂ ਅਮਰਦਾਸ ਜੀ ਨੇ ਵੀ ਗੁਰੂ ਬਣਨ ਤੋਂ ਪਹਿਲਾਂ ਸੇਵਾ ਕੀਤੀ। ਸੇਵਾ ਦੀ ਭਾਵਨਾ ਸਿੱਖ ਧਰਮ ਦੀ ਇੱਕ ਵਿਸ਼ੇਸ਼ਤਾ ਹੈ ਅਤੇ ਮਨੁੱਖਤਾ ਦੀ ਸੇਵਾ ਵੀ ਗੁਰੂ ਜਾਂ ਪਰਮਾਤਮਾ ਦੀ ਸੇਵਾ ਹੀ ਹੈ, ਕਿਉਂਕਿ ਹਰੇਕ ਮਨੁੱਖ ਵਿੱਚ ਪਰਮਾਤਮਾ ਦਾ ਨਿਵਾਸ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਸੇਵਾ ਕਰਨ ਉੱਤੇ ਬਲ ਦਿੱਤਾ ਹੈ। ਉਹਨਾਂ ਅਨੁਸਾਰ ਸੇਵਾ ਤੋਂ ਬਿਨਾਂ ਹੱਥ ਪੈਰ ਨਿਰਾਰਥਕ ਹਨ ਅਤੇ ਹੋਰ ਸਭ ਕਾਰਜ ਵਿਅਰਥ ਹਨ। ਬਿਨ ਸੇਵਾ ਤ੍ਰਿਗਹਤ ਪੈਰ ਹੋਰ ਨਹਿਫਲ ਕਰਨੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਇਸ ਲਈ ਪਾਣੀ ਪੀਣ ਤੋਂ ਮਨਾ ਕਰ ਦਿੱਤਾ ਸੀ, ਕਿਉਂਕਿ ਜੋ ਪਾਣੀ ਲੈ ਕੇ ਆਇਆ ਸੀ ਉਸਨੇ ਕਦੀ ਹੱਥੀਂ ਸੇਵਾ ਨਹੀਂ ਕੀਤੀ ਸੀ। ਇਸ ਲਈ ਗੁਰਬਾਣੀ ਦੇ ਹੁਕਮ ਅਨੁਸਾਰ ਸੇਵਾ ਕਰਨੀ ਬਹੁਤ ਜ਼ਰੂਰੀ ਹੈ। ਸੇਵਾ ਹਮੇਸ਼ਾ ਹਉਮੈ ਦੇ ਭਾਵ ਨੂੰ ਮਿਟਾ ਕੇ ਹੀ ਕਰਨੀ ਚਾਹੀਦੀ ਹੈ। ਹਉਮੈ ਮੁਕਤ ਸੇਵਾ ਹੀ ਮਨੁੱਖ ਦੇ ਜੀਵਨ ਵਿੱਚ ਸਹਿਜ ਅਤੇ ਨਿਮਰਤਾ ਦੀ ਭਾਵਨਾ ਪੈਦਾ ਕਰ ਸਕਦੀ ਹੈ, ਜੋ ਕਿ ਮਨੁੱਖੀ ਸਮਾਜ ਅਤੇ ਮਨੁੱਖ ਦੇ ਅਧਿਆਤਮਿਕ ਵਿਕਾਸ ਵਿੱਚ ਸਹਾਈ ਹੁੰਦੀ ਹੈ। ਹਉਮੈ ਮੁਕਤ ਸੇਵਾ ਮਨੁੱਖ ਨੂੰ ਪਰਮਾਤਮਾ ਦੇ ਸਤਿਕਾਰ ਦਾ ਪਾਤਰ ਬਣਾਉਂਦੀ ਹੈ। ਸੇਵਾ ਮਨੁੱਖ ਦੇ ਜੀਵਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਮਨੁੱਖ ਵਿੱਚ ਗੁਣ ਪੈਦਾ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟੀ ਜਸਪ੍ਰੀਤ ਕੌਰ ਜੀ ਦਾ, ਜਿਨ੍ਹਾਂ ਨੇ ਬੜੇ ਵਧੀਆ ਢੰਗ ਦੇ ਨਾਲ ਸੇਵਾ ਦੇ ਵਿਸ਼ੇ ਬਾਰੇ ਸਾਨੂੰ ਜਾਣੂ ਕਰਵਾਇਆ। ਗੁਰੂ ਸਾਹਿਬ ਜੀ ਗੁਰਬਾਣੀ ਅੰਦਰ ਸਾਨੂੰ ਸਮਝਾਉਣਾ ਕਰਦੇ ਨੇ ਕਿ ਅਸੀਂ ਸੇਵਾ ਕਿਹੜੇ ਤਰੀਕੇ ਨਾਲ ਕਰਨੀ ਹੈ। ਬੜੀ ਸੁਚੱਜੇ ਢੰਗ ਦੇ ਨਾਲ ਬੇਟੀ ਨੇ ਸਾਨੂੰ ਸੇਵਾ ਕਰਨੀ ਸਿਖਾਈ ਹੈ। ਤਨ ਮਨ ਧਨ ਦੀ ਜਿਹੜੀ ਸਾਨੂੰ ਸੇਵਾ ਦੱਸੀ ਹੈ, ਅਸੀਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਅਮਲੀ ਜਾਮਾ ਦੇਣਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਘਾਲ ਨਾ ਭਾਨੈ ਅੰਤਰ ਵਿਦ ਜਾਣੈ, ਤਾਂ ਕਿ ਕਰ ਮਨ ਸੇਵਾ। ਗੁਰੂ ਸਾਹਿਬ ਕਹਿੰਦੇ ਨੇ, ਉੱਤਮ ਸੇਵਾ ਤਾਂ ਹੀ ਹੈ ਜੇਕਰ ਮਨ ਸਤਿਗੁਰ ਦੀ ਆਗਿਆ ਵਿੱਚ ਰਹਿਣ ਲੱਗ ਪਏ। ਜੇ ਮਨ ਗੁਰੂ ਦੀ ਆਗਿਆ ਵਿੱਚ ਰਹਿੰਦਾ ਤੇ ਸਾਡੀ ਸੇਵਾ ਤਾਂ ਹੀ ਸਫਲ ਹੈ। ਇਸ ਕਰਕੇ ਸਾਨੂੰ ਮਨ ਨੂੰ ਗੁਰੂ ਦੀ ਆਗਿਆ ਵਿੱਚ ਰੱਖ ਕੇ ਸੱਚੀ ਸੇਵਾ ਕਰਨੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਬੇਟੀ ਦਾ। ਸਾਡਾ ਦੂਸਰਾ ਸੈਸ਼ਨ ਹੈ ਸਿਮਰਨਜੀਤ ਕੌਰ ਜੀ, 14/7/99 ਜੋਨ ਮਾਨਸਾ। ਉਹਨਾਂ ਦਾ ਵਿਸ਼ਾ ਹੈ
ਖੁਸ਼ ਰਹਿਣ ਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਿਮਰਨਜੀਤ ਕੌਰ, EPP ਨੰਬਰ 14799, ਵਾਈ ਸ੍ਰੀ ਕੁਲਵੀਰ ਕੌਰ ਜੀ ਅਤੇ ਜ਼ੋਨ ਮਾਨਸਾ। ਸਰ ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਬੇਟਾ ਜੀ, ਆਵਾਜ਼ ਆ ਰਹੀ ਤੁਹਾਡੀ ਆਵਾਜ਼ ਜੀ। ਮੇਰੇ ਅੱਜ ਬੋਲਣ ਦਾ ਵਿਸ਼ਾ ਹੈ ਖੁਸ਼ ਰਹਿਣਾ ਇੱਕ ਕਲਾ। ਸਾਨੂੰ ਹਰ ਵੇਲੇ ਪੋਜ਼ਿਟਿਵ ਰਹਿਣਾ ਚਾਹੀਦਾ ਹੈ, ਕਦੇ ਵੀ ਆਪਣੇ ਵਿਚਾਰਾਂ ਨੂੰ ਨੈਗੇਟਿਵ ਨਹੀਂ ਰੱਖਣਾ ਚਾਹੀਦਾ। ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਅਤੇ ਨੈਗੇਟਿਵ ਵਿਚਾਰਾਂ ਵਾਲੇ ਪਰਸਨ ਮਿਲਦੇ ਹਨ। ਜਦੋਂ ਆਪਾਂ ਕਿਸੇ ਨੈਗੇਟਿਵ ਭਾਵ ਮਤਲਬ ਕਿ ਜਿਹਦੇ ਮਾੜੇ ਵਿਚਾਰ ਹੋਣ, ਜਦੋਂ ਆਪਾਂ ਕਿਸੇ ਨੈਗੇਟਿਵ ਵਿਚਾਰਾਂ ਵਾਲੇ ਪਰਸਨ ਨੂੰ ਮਿਲਦੇ ਹਾਂ ਤਾਂ ਉਸ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਆਪਾਂ ਪੁੱਛਦੇ ਹਾਂ ਕਿ ਭਾਈ ਤੂੰ ਕਿਵੇਂ ਆ, ਤਾਂ ਉਹ ਕਹਿੰਦਾ ਮੈਂ ਤਾਂ ਠੀਕ ਹਾਂ ਜੀ। ਤੇ ਆਪਾਂ ਕਹਿੰਦੇ ਭਈ ਹੋ ਜਾਏਗਾ ਠੀਕ, ਨਹੀਂ ਅਗਲਾ ਕਹੂ ਨਹੀਂ ਮੈਂ ਠੀਕ ਨਹੀਂ ਹੋਣਾ, ਮੇਰੀ ਤਾਂ ਕਿਸਮਤ ਹੀ ਮਾੜੀ ਹੈ, ਮੈਂ ਕਿੱਥੋਂ ਠੀਕ ਹੋਣਾ। ਭਾਵ ਉਹ ਆਪਣੇ ਆਪ ਨੂੰ ਪਿੱਛੋਂ ਹੀ ਖਿੱਚੀ ਜਾਊਗਾ ਵੀ ਮੈਂ ਤਾਂ ਠੀਕ ਹੋ ਹੀ ਨਹੀਂ ਸਕਦਾ, ਮੇਰੀ ਤਾਂ ਕਿਸਮਤ ਹੀ ਖਰਾਬ ਹੈ। ਹੁਣ ਜੇ ਆਪਾਂ ਇਸ ਦੇ ਉਲਟ ਪੋਜ਼ਿਟਿਵ ਵਿਚਾਰਾਂ ਵਾਲੇ ਪਰਸਨ ਦੇਖਦੇ ਹਾਂ, ਚਾਹੇ ਉਹ ਕਿੰਨੇ ਮਰਜ਼ੀ ਦੁੱਖਾਂ ਦੇ ਵਿੱਚ ਹੋਣ, ਪਰ ਉਹ ਦੂਜਿਆਂ ਸਾਹਮਣੇ ਆਪਣਾ ਦੁੱਖ ਹੈ ਜਿਹੜਾ ਉਹ ਪ੍ਰਗਟ ਨਹੀਂ ਕਰਦੇ ਤੇ ਉਹ ਦੂਜਿਆਂ ਨੂੰ ਇਹ ਕਹਿੰਦੇ ਨੇ ਜੀ ਮੈਂ ਤਾਂ ਚੜ੍ਹਦੀ ਕਲਾ ਦੇ ਵਿੱਚ ਆ, ਮੈਂ ਤਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ। ਆਪਣੇ ਗੁਰੂ ਇਤਿਹਾਸ ਦੇ ਵਿੱਚ ਜੇ ਆਪਾਂ ਝਾਤੀ ਮਾਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਚੜ੍ਹਦੀ ਕਲਾ ਵਰਗਾ ਮਨੁੱਖ ਕੌਣ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਾਸੀਵਾੜੇ ਦੇ ਜੰਗਲਾਂ ਵਿੱਚ ਪਏ ਨੇ, ਪੈਰਾਂ ਚੋਂ ਖੂਨ ਨਿਕਲ ਰਿਹਾ, ਸਰੀਰ 'ਚ ਕੰਡੇ ਵੱਜੇ ਪਏ ਨੇ ਤੇ ਕੋਈ ਪੁੱਛਦਾ ਜੇ ਕੀ ਹਾਲ ਹੈ, ਗੁਰੂ ਜੀ ਕਹਿੰਦੇ ਨੇ ਜੀ ਚੜ੍ਹਦੀ ਕਲਾ ਹੈ, ਮੈਨੂੰ ਤਾਂ ਆਨੰਦ ਹੀ ਬਹੁਤ ਹੈ। ਅੱਜ ਵਰਗਾ ਤਾਂ ਮੈਨੂੰ ਆਨੰਦ ਹੀ ਨਹੀਂ ਮਿਲਿਆ। 4 ਵਾਰ ਤੇ ਸਾਰਾ ਪਰਿਵਾਰ ਵਾਰਤਾ ਤੇ ਮੈਂ ਤਾਂ ਹੁਣ ਆਪਣੀ ਨੀਂਦ ਪੂਰੀ ਕਰ ਰਿਹਾ। ਕਰਜ਼ਾਈ ਦਾ ਕਰਜ਼ਾ ਲਾ ਕੇ ਤਾਂ ਨੀਂਦ ਹੀ ਬਹੁਤ ਸੌਖੀ ਆਉਂਦੀ ਹੈ। ਮੈਂ ਵੀ ਸੂਲਾਂ ਵਿੱਚੋਂ ਸੂਲ ਵਾਂਗੂ, ਸੂਲ ਨਾ ਇੱਕ ਹੀ ਮੈਨੂੰ ਝਵਾਈ ਮੈਨੂੰ, ਦਿਆ ਸਿੰਘ ਕੀ ਪੁੱਛਦਾ ਏ, ਐਸੀ ਨੀਂਦ ਨਾ ਕਿਤੇ ਵੀ ਆਈ ਮੈਨੂੰ। ਗੁਰੂ ਜੀ ਕਹਿੰਦੇ ਨੇ ਕਿ ਕਹਿੰਦੇ ਮੇਰੇ ਪੁੱਤਾਂ ਨੇ ਮੇਰੇ ਜਿੰਨਾ ਮੈਂ ਸੋਚਿਆ ਸੀ, ਮੇਰੇ ਪੁੱਤ ਮੇਥੋਂ ਉਦੋਂ ਵੱਧ ਕੇ ਨਿਕਲੇ ਨੇ, ਉਦੋਂ ਵੱਧ ਕੇ ਮੇਰੇ ਪੁੱਤਾਂ ਨੇ ਕੀਤਾ। ਇਸ ਕਰਕੇ ਅੱਜ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਹੁਣ ਤੁਸੀਂ ਸੋਚੋ ਕਿ ਗੁਰੂ ਗੋਬਿੰਦ ਸਿੰਘ ਜੀ ਵਰਗਾ ਇੰਨਾ ਪੋਜ਼ਿਟਿਵ ਪਰਸਨ ਕੋਈ ਹੋ ਸਕਦਾ? ਨਹੀਂ। ਆਪਾਂ ਤਾਂ ਹਮੇਸ਼ਾ ਹਰ ਇੱਕ ਗੱਲ ਹਮੇਸ਼ਾ ਨੈਗੇਟਿਵਿਟੀ ਵਿੱਚ ਲੈ ਕੇ ਜਾਂਦੇ ਹਾਂ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਦੱਸਾਂਗੀ। ਕਿਸੇ ਘਰ ਦੇ ਵਿੱਚ ਨਾ ਦੋ ਬੇਟੇ ਹੁੰਦੇ ਹੈਗੇ। ਇੱਕ ਤਾਂ ਹੁੰਦਾ ਹਮੇਸ਼ਾ ਪੋਜ਼ਿਟਿਵ ਸੋਚਦਾ ਹੁੰਦਾ, ਉਹਦੀ ਸੋਚ ਹੈ ਜਿਹੜੀ ਉਹ ਮਤਲਬ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ। ਇੱਕ ਹੁੰਦਾ ਜਿਹੜਾ ਉਹ ਨੈਗੇਟਿਵ ਵਿਚਾਰਾਂ ਵਾਲਾ ਹੁੰਦਾ। ਉਹਦੇ ਮੂਹਰੇ ਜਿੰਨਾ ਮਰਜ਼ੀ ਖੁਸ਼ ਕਰਨ ਦੀ ਕੋਸ਼ਿਸ਼ ਕਰੋ, ਪਰ ਉਹ ਕਦੇ ਵੀ ਖੁਸ਼ ਨਹੀਂ ਹੁੰਦਾ। ਹੁਣ ਨਾ ਉਹਦੇ ਪਿਤਾ ਜੀ ਨੇ ਉਹਨਾਂ ਨੂੰ ਕੀ ਕੀਤਾ, ਦੋਨਾਂ ਨੂੰ ਅਲੱਗ-ਅਲੱਗ ਕਮਰੇ ਦੇ ਵਿੱਚ ਬੰਦ ਕਰਤਾ। ਜਿਹੜਾ ਤਾਂ ਪੋਜ਼ਿਟਿਵ ਵਿਚਾਰਾਂ ਵਾਲਾ ਸੀ ਉਹਦੇ ਕਮਰੇ ਦੇ ਵਿੱਚ ਤਾਂ ਲਿੱਦ ਹੀ ਲਿੱਦ ਭਰਤੀ। ਵੀ ਇਹ ਅੱਜ ਤਾਂ ਕਹੂਗਾ ਵੀ ਹਾਏ ਤੁਸੀਂ ਮੈਨੂੰ ਇੰਨਾ ਗੰਦੇ ਕਮਰੇ ਦੇ ਵਿੱਚ ਕਿਉਂ ਰੱਖਿਆ, ਵੀ ਅੱਜ ਤਾਂ ਇਹਨੂੰ ਆਪਾਂ ਕਹੀਏ ਵੀ ਇਹ ਕੁਛ ਤਾਂ ਮਾੜਾ ਕਹੇ। ਜਿਹੜਾ ਨੈਗੇਟਿਵ ਵਿਚਾਰਾਂ ਵਾਲਾ ਪਰਸਨ ਸੀ ਉਹਦੇ ਕਮਰੇ ਦੇ ਵਿੱਚ ਮਠਿਆਈਆਂ ਰੱਖਤੀਆਂ, ਪਟਾਕੇ ਰੱਖਤੇ, ਖਾਣ ਨੂੰ ਇੰਨਾ ਸਮਾਨ ਰੱਖਤਾ ਵੀ ਉਹ ਅੱਜ ਤਾਂ ਕਹੇ ਵੀ ਹਾਏ ਇੰਨਾ ਸਮਾਨ ਰੱਖਤਾ ਵੀ ਉਹ ਖੁਸ਼ ਤਾਂ ਹੋਵੇ। ਸਾਰਾ ਦਿਨ ਉਹਨਾਂ ਨੂੰ ਉਹ ਕਮਰੇ ਦੇ ਵਿੱਚ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਉਹਨਾਂ ਨੂੰ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ, ਜਿਹੜਾ ਤਾਂ ਨੈਗੇਟਿਵ ਵਿਚਾਰਾਂ ਵਾਲਾ ਪਰਸਨ ਸੀ, ਜਦੋਂ ਸਾਰੇ ਕਹਿੰਦੇ ਨੇ ਵੀ ਚਲੋ ਹੁਣ ਦੇਖਦੇ ਹਾਂ ਅੱਜ ਤਾਂ ਇਹ ਕਹੂਗਾ ਵੀ ਤੁਸੀਂ ਮੈਨੂੰ ਇੰਨਾ ਕੁਛ ਖਾਣ ਨੂੰ ਦਿੱਤਾ, ਉਹਨੇ ਤਾਂ ਇਹੀ ਕਿਹਾ। ਜਦੋਂ ਹੁਣ ਉਹ ਤੋਂ ਪੁੱਛਿਆ ਉਹਨੇ ਕਹਿੰਦਾ ਤੁਸੀਂ ਮੇਰੇ ਕੋਲੇ ਮਠਿਆਈਆਂ ਇੰਨੀਆਂ ਰੱਖਣੀਆਂ, ਤੁਸੀਂ ਮੈਨੂੰ ਸ਼ੂਗਰ ਕਰਾਉਣਾ ਤੇ ਤੁਸੀਂ ਪਟਾਕੇ ਰੱਖਤੇ, ਜਿਵੇਂ ਪਟਾਕੇ ਅੱਗ ਲੱਗ ਜਾਂਦੇ ਮੈਨੂੰ ਮਾਰਨਾ ਸੀ। ਭਾਵ ਉਹ ਫਿਰ ਵੀ ਇਹੀ ਕਿਹਾ, ਉਹ ਨੈਗੇਟਿਵਿਟੀ ਵਿੱਚ ਹੀ ਗੱਲ ਲੈ ਕੇ ਗਿਆ। ਹੁਣ ਜੇ ਆਪਾਂ ਇਸ ਤੋਂ ਉਲਟ ਪੋਜ਼ਿਟਿਵ ਪਰਸਨ ਦੀ ਗੱਲ ਕਰੀਏ, ਉਹਦੇ ਕਮਰੇ ਦੇ ਵਿੱਚ ਲਿੱਦ ਹੀ ਲਿੱਦ ਰੱਖਤੀ ਸੀ। ਉਹ ਇਹ ਸੋਚ ਰਿਹਾ ਸੀ ਕਿ ਮੈਂ ਤਾਂ ਸਾਰੇ ਦਿਨ ਦਾ ਇਹੀ ਸੋਚੀ ਜਾਂਦਾ ਵੀ ਕਿਤੇ ਇੰਨੀ ਲਿੱਦ ਪਈ ਹੈ, ਕਿਤੇ ਘੋੜਾ ਵੀ ਤਾਂ ਹੋਊਗਾ। ਭਾਵ ਵੀ ਉਹ ਇੰਨਾ ਪੋਜ਼ਿਟਿਵ ਸੀਗਾ ਨਾ, ਮਤਲਬ ਕਿ ਉਹ ਹਮੇਸ਼ਾ ਪੋਜ਼ਿਟਿਵ ਹੀ ਰਹਿੰਦਾ ਸੀ। ਹੁਣ ਆਪਾਂ ਇਹ ਤੋਂ ਇਹ ਸਿੱਖਿਆ ਲੈ ਸਕਦੇ ਹਾਂਗੇ, ਜਿਹੜਾ ਪਰਸਨ ਜਿੰਨੇ ਮਰਜ਼ੀ ਦੁੱਖਾਂ ਦੇ ਵਿੱਚ ਹੋਵੇ, ਜਿੰਨੇ ਮਰਜ਼ੀ ਉਹਨੂੰ ਜ਼ਿੰਦਗੀ ਦੇ ਵਿੱਚ ਹੋਵੇ, ਜਿਹਨੂੰ ਖੁਸ਼ ਰਹਿਣ ਦੀ ਕਲਾ ਆ ਗਈ ਨਾ, ਉਹ ਹਮੇਸ਼ਾ ਹੀ ਖੁਸ਼ ਰਹੂਗਾ। ਉਹ ਚਾਹੇ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਤੇ ਹੀ ਕਿਉਂ ਨਾ ਪਿਆ ਹੋਵੇ, ਉਹ ਹਮੇਸ਼ਾ ਹੀ ਖੁਸ਼ ਰਹੂਗਾ। ਹੁਣ ਜੇ ਉਹਦੀ ਆਪਾਂ ਦੂਸਰੇ ਨੈਗੇਟਿਵ ਵਾਲੇ ਦੀ ਗੱਲ ਕਰੀਏ, ਜੇ ਉਹ ਜਿੱਡੇ ਵੱਡੇ ਮਰਜ਼ੀ ਲੋਕ ਹੁਣ ਆਪਾਂ ਇਹ ਸੋਚਦੇ ਹਾਂ ਵੀ ਜਿਨ੍ਹਾਂ ਕੋਲੇ ਪੈਸਾ ਜ਼ਿਆਦਾ ਹੁੰਦਾ ਹੈਗਾ ਮਤਲਬ ਵੀ ਉਹ ਖੁਸ਼ ਹੁੰਦੇ ਨੇ, ਨਹੀਂ ਇਹ ਗੱਲ ਨਹੀਂ ਹੈਗੀ। ਜਿਵੇਂ ਕਿ ਗੁਰਬਾਣੀ ਵਿੱਚ ਵੀ ਕਿਹਾ ਹੋ ਗਿਆ ਹੈਗਾ, ਵੱਡੇ ਵੱਡੇ ਜੋ ਦਿਸੈ ਲੋਗ ਤਿਨਕੋ ਵਿਆਪੈ ਚਿੰਤਾ ਰੋਗ। ਆਪਾਂ ਦੇਖਦੇ ਹਾਂ ਜਿਹੜੇ ਵੱਡੇ ਵੱਡੇ ਲੋਕ ਨੇ ਉਹ ਵੀ ਚਿੰਤਾ ਦੇ ਵਿੱਚ ਡੁੱਬੇ ਪਏ ਨੇ। ਭਾਵ ਆਪਣੀ ਸੋਚ ਇਹ ਹੁੰਦੀ ਆ ਵੀ ਉਹਨਾਂ ਕੋਲ ਤਾਂ ਇੰਨਾ ਪੈਸਾ, ਗੱਡੀਆਂ ਨੇ, ਵੀ ਉਹ ਖੁਸ਼ ਹੋਣਗੇ। ਇਹ ਗੱਲ ਨਹੀਂ ਹੈਗੀ। ਕੋਈ ਵੀ ਐਵੇਂ ਪੈਸੇ ਨਾਲ ਖੁਸ਼ ਨਹੀਂ ਹੁੰਦਾ। ਇਹ ਤਾਂ ਆਪਣੇ ਮਨ ਦੀ ਖੁਸ਼ੀ ਚਾਹੀਦੀ ਹੈ। ਜੇ ਸਾਡਾ ਮਨ ਖੁਸ਼ ਹੈ ਨਾ, ਅਸੀਂ ਚਾਹੇ ਇੱਕ ਕੁੱਲੀਆਂ ਵਿੱਚ ਵੀ ਰਹਿੰਦੇ ਹੋਈਏ ਅਸੀਂ ਤਾਂ ਵੀ ਖੁਸ਼ ਰਹਿ ਸਕਦੇ ਹਾਂ। ਜਿਵੇਂ ਕਿ ਗੁਰਬਾਣੀ ਦੇ ਵਿੱਚ ਇੱਕ ਹੋਰ ਵੀ ਪੰਗਤੀ ਹੈ,
ਗੁਰਮਿਲ ਚੱਜ ਅਚਾਰ ਸਿੱਖ। ਸਾਨੂੰ ਇਹੋ ਜਿਹਾ ਅਚਾਰ ਸਿੱਖਣਾ ਚਾਹੀਦਾ ਹੈ ਗੁਰੂ ਦੇ ਲੜ ਲੱਗ ਕੇ, ਜਿਹਦੇ ਨਾਲ ਅਸੀਂ ਖੁਸ਼ ਰਹਿ ਸਕੀਏ। ਜੇ ਅਸੀਂ ਇੱਕ ਸਕਸੈਸਫੁਲ ਪਰਸਨ ਬਣਨਾ ਨਾ, ਉਹਦੇ ਪਿੱਛੇ ਵੀ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਕਿਉਂਕਿ ਦੇਖੋ, ਜੇ ਅਸੀਂ ਖੁਸ਼ ਰਹਾਂਗੇ, ਅਸੀਂ ਆਪਣਾ ਮਨ ਨੂੰ ਹਮੇਸ਼ਾ ਖੁਸ਼ ਰਹਾਂਗੇ, ਤਾਂ ਅਸੀਂ ਖੁਸ਼ੀ ਖੁਸ਼ੀ ਗੁਰਬਾਣੀ ਪੜਾਂਗੇ, ਗੁਰਬਾਣੀ ਨੂੰ ਵਿਚਾਰਾਂਗੇ, ਸਾਰਿਆਂ ਨਾਲ ਚੰਗਾ ਬੋਲਾਂਗੇ, ਆਪਾਂ ਨੂੰ ਸਾਰੇ ਚੰਗਾ ਸਮਝਣਗੇ। ਉਸ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਵਧੀਆ ਕੰਮ ਹੋਣਗੇ, ਅਸੀਂ ਇੱਕ ਚੰਗੇ ਮੁਕਾਮ ਤੇ ਪਹੁੰਚਾਂਗੇ, ਆਪਾਂ ਨੂੰ ਮਤਲਬ ਕਿ ਚੰਗੇ ਮੁਕਾਮ ਤੇ ਇੱਕ ਸਕਸੈਸਫੁਲ ਬਣਾਂਗੇ। ਤਾਂ ਉਹਦੇ ਪਿੱਛੇ ਸਭ ਤੋਂ ਛੋਟਾ ਰੀਜ਼ਨ ਕੀ ਹੈ? ਇਹੀ ਕਿ ਅਸੀਂ ਤਾਂ ਖੁਸ਼ ਰਹਿੰਦੇ ਸੀ। ਇਸ ਕਰਕੇ ਮੈਂ ਅੰਤ ਦੇ ਵਿੱਚ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਤੇ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟੀ ਸਿਮਰਨਜੀਤ ਕੌਰ ਜੀ ਦਾ, ਜਿਨ੍ਹਾਂ ਨੇ ਸਾਨੂੰ ਖੁਸ਼ ਰਹਿਣ ਦੀ ਕਲਾ ਜਿਹੜੀ ਆ ਉਹ ਸਿਖਾਈ ਹੈ। ਤੇ ਗੁਰੂ ਸਾਹਿਬ ਜੀ, ਜੇਕਰ ਅਸੀਂ ਗੁਰਬਾਣੀ ਦਾ ਓਟ ਆਸਰਾ ਲੈਂਦੇ ਹਾਂ ਨਾ, ਜੇਕਰ ਸਾਡੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਨਾਲ ਹੁੰਦੀ ਹੈ, ਜੇਕਰ ਸਾਡਾ ਜੀਵਨ ਗੁਰਬਾਣੀ ਵਾਲਾ ਹੈ, ਤੇ ਅਸੀਂ ਤੱਤੀ ਤਵੀ ਉੱਤੇ ਬੈਠ ਕੇ ਵੀ ਖੁਸ਼ ਹਾਂ, ਅਸੀਂ ਆਪਣਾ ਸਰਬੰਸ ਵਾਰ ਕੇ ਵੀ ਖੁਸ਼ ਹਾਂ। ਪਰ ਲੋੜ ਹੈ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ। ਬਹੁਤ ਬਹੁਤ ਧੰਨਵਾਦ ਬੇਟੀ ਦਾ, ਜਿਹਨੇ ਸਾਨੂੰ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਹੈ ਉਹ ਖੁਸ਼ ਕਿਵੇਂ ਰਹਿਣਾ ਹੈ ਉਹ ਸਿਖਾਇਆ ਹੈ। ਸੋ ਸਾਡਾ ਨੈਕਸਟ ਸੈਸ਼ਨ ਹੈ, ਤੀਸਰਾ ਸੈਸ਼ਨ, ਉਹ ਲੈਣਗੇ ਜੀ ਖੁਸ਼ਪ੍ਰੀਤ ਕੌਰ ਜੀ, ਜਿਨ੍ਹਾਂ ਦਾ ਵਿਸ਼ਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਹਾਲਾਤ। ਬੇਟੀ ਖੁਸ਼ਪ੍ਰੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਖੁਸ਼ਪ੍ਰੀਤ ਕੌਰ ਹੈ। ਮੇਰਾ EPP ਨੰਬਰ 16207 ਹੈ। ਮੇਰਾ ਅੱਜ ਦਾ ਵਿਸ਼ਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦੇਸ਼ ਦੀ ਹਾਲਤ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਭਾਰਤ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਆਰਥਿਕ ਪੱਖ ਤੋਂ ਹਾਲਾਤ ਚੰਗੇ ਨਹੀਂ ਸਨ। ਧਾਰਮਿਕ ਪੱਧਰ ਤੇ ਲੋਕਾਂ ਦਾ ਧਰਮ ਤੇ ਜੀਵਨ, ਸਮਾਜਿਕ ਪੱਧਰ ਤੇ ਆਪਸੀ ਸਾਂਝ, ਰਾਜਨੀਤਿਕ ਪੱਧਰ ਤੇ ਰਾਜ ਕਰ ਰਹੇ ਦੀਆਂ ਨੀਤੀਆਂ ਤੇ ਆਰਥਿਕ ਪੱਧਰ ਤੇ ਲੋਕ ਕਿਸ ਤਰ੍ਹਾਂ ਦਾ ਜੀਵਨ ਜਿਉਂਦੇ ਹਨ। ਹੁਣ ਅਸੀਂ ਉਸ ਸਮੇਂ ਦੇ ਹਾਲਤ ਬਾਰੇ ਵਿਚਾਰ ਕਰਦੇ ਹਾਂ। ਰਾਜਨੀਤਿਕ ਹਾਲਤ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਹੋਇਆ ਅਤੇ 1468 ਈਸਵੀ ਨੂੰ ਬਹਿਲੋਲ ਖਾਨ ਲੋਧੀ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਸਿਕੰਦਰ ਲੋਧੀ ਨੇ 1517 ਈਸਵੀ ਤੱਕ ਰਾਜ ਕੀਤਾ। ਉਸਨੇ ਬੇਅੰਤ ਮੰਦਿਰ ਦੇ ਢੇਰੇ ਢਾਹੇ ਅਤੇ ਰੱਜ ਕੇ ਜ਼ੁਲਮ ਕੀਤਾ। ਸਿਕੰਦਰ ਲੋਧੀ ਨੇ ਪੰਜਾਬ ਵਿੱਚ ਦੌਲਤ ਖਾਨ ਨੂੰ ਸੁਲਤਾਨਪੁਰ ਦਾ ਨਵਾਬ ਬਣਾ ਕੇ ਭੇਜਿਆ। ਉਧਰ ਸਿਕੰਦਰ ਲੋਧੀ ਦੀ ਮੌਤ ਤੋਂ ਬਾਅਦ ਇਬਰਾਹਿਮ ਲੋਧੀ ਤਖਤ ਤੇ ਬੈਠਾ। ਇੱਧਰ ਦੌਲਤ ਖਾਨ ਲੋਧੀ ਨੇ ਆਲਮ ਖਾਨ ਲੋਧੀ ਨਾਲ ਰਲ ਕੇ ਬਾਬਰ ਨੂੰ ਹਿੰਦੁਸਤਾਨ ਉੱਪਰ ਹਮਲਾ ਕਰਨ ਲਈ ਸੱਦਾ ਦਿੱਤਾ। ਉਸਨੂੰ ਭਰਮ ਸੀ ਕਿ ਬਾਬਰ ਇਬਰਾਹਿਮ ਨੂੰ ਹਾਰ ਦੇ ਕੇ ਲੁੱਟ ਦਾ ਮਾਲ ਲੈ ਕੇ ਵਾਪਸ ਚਲਾ ਜਾਵੇਗਾ ਅਤੇ ਰਾਜ ਭਾਗ ਦਾ ਮਾਲਕ ਉਹ ਬਣ ਜਾਵੇਗਾ। ਗੱਲ ਉਲਟ ਹੋ ਗਈ ਕਿ 1526 ਈਸਵੀ ਵਿੱਚ ਇਬਰਾਹਿਮ ਨੂੰ ਹਾਰ ਦੇ ਕੇ ਤਖਤ ਦਾ ਮਾਲਕ ਬਾਬਰ ਬਣ ਬੈਠਾ ਤੇ ਮੁਗਲ ਰਾਜ ਸਥਾਪਿਤ ਹੋ ਗਿਆ। ਬਾਦਸ਼ਾਹ ਦੇ ਅਧੀਨ ਨਵਾਬ, ਹਾਕਮ ਤੇ ਪਿੰਡਾਂ ਦੇ ਚੌਧਰੀ ਲੋਕਾਂ ਉੱਪਰ ਬੁਰਾ ਜ਼ੁਲਮ ਕਰਦੇ ਸਨ। ਕਿਸੇ ਦੀ ਵੀ ਇੱਜ਼ਤ ਤੇ ਜਾਨ ਮਾਲ ਸੁਰੱਖਿਅਤ ਨਹੀਂ ਸੀ। ਹਿੰਦੂ ਪ੍ਰਜਾ ਦਾ ਹਾਲ ਬਹੁਤ ਬੁਰਾ ਸੀ, ਕਿਉਂਕਿ ਉਹਨਾਂ ਨੂੰ ਧੱਕੇ ਨਾਲ ਇਸਲਾਮ ਵਿੱਚ ਲਿਆਉਣਾ, ਧਨ ਮਾਲ ਲੁੱਟਣਾ ਤੇ ਉਹਨਾਂ ਦੀ ਬਹੂ ਬੇਟੀਆਂ ਦੀ ਬੇਪੱਤੀ ਕਰਨੀ ਹਾਕਮ ਲੋਕ ਆਪਣਾ ਹੱਕ ਸਮਝਦੇ ਸਨ। ਉਸ ਸਮੇਂ ਦੀ ਰਾਜਸੀ ਹਾਲਤ ਦਾ ਸਭ ਤੋਂ ਸਪਸ਼ਟ ਹਵਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਹੀ ਮਿਲਦਾ ਹੈ। ਕਲਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੇ ਨਾਹੀ ਕਹਿ ਚੜਿਆ। ਇਸ ਦਾ ਮਤਲਬ ਹੈ ਗੁਰੂ ਜੀ ਅਨੁਸਾਰ ਉਸ ਵੇਲੇ ਦਾ ਸਮਾਂ ਕਾਲੀ ਰਾਤ ਵਾਂਗ ਸੀ। ਹੱਥ ਵਿੱਚ ਛੁਰੀ ਲਏ ਰਾਜੇ ਕਸਾਈ ਬਣੇ ਹੋਏ ਸਨ ਅਤੇ ਧਰਮ ਤੇ ਫਰਜ਼ ਦਾ ਜਾਣੋ ਖੰਭ ਲਾ ਕੇ ਉੱਡ ਗਿਆ ਸੀ। ਉਹ ਸਮਝੋ ਕਿ ਝੂਠ ਦੀ ਹਨੇਰੀ ਅਮਾਵਸ ਵਰਗੀ ਜ਼ੁਲਮੀ ਰਾਤ ਸੀ। ਇਸ ਸਮੇਂ ਸੱਚ ਰੂਪੀ ਚੰਦਰਮਾ ਜੋ ਪ੍ਰਕਾਸ਼ ਕਰਕੇ ਇਸ ਹਨੇਰੇ ਨੂੰ ਦੂਰ ਕਰ ਸਕੇ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਧਾਰਮਿਕ ਹਾਲਤ।
ਉਸ ਸਮੇਂ ਮੁਸਲਮਾਨ ਲੋਕ ਰਾਜ ਦੇ ਹੰਕਾਰ ਵਿੱਚ ਸਨ ਅਤੇ ਹਿੰਦੂ ਲੋਕ ਬਿਲਕੁਲ ਹੀ ਗੁਲਾਮੀ ਵਿੱਚ ਦੱਬੇ ਹੋਏ ਸਨ। ਦੋਨੋਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਧਾਰਮਿਕ ਹਾਲਤ ਦਾ ਬਹੁਤ ਵਧੀਆ ਤਰੀਕੇ ਨਾਲ ਵਰਣਨ ਕੀਤਾ ਹੈ। ਉਸ ਸਮੇਂ ਧਰਮ ਤਿੰਨਾਂ ਲੋਕਾਂ ਦੇ ਹੱਥ ਵਿੱਚ ਸੀ, ਇੱਕ ਕਾਜੀ, ਦੂਜੇ ਬ੍ਰਾਹਮਣ, ਤੀਜੇ ਜੋਗੀ। ਹੈਰਾਨੀ ਇਸ ਗੱਲ ਦੀ ਸੀ ਕਿ ਤਿੰਨੇ ਹੀ ਆਪਣੇ ਆਪਣੇ ਧਰਮ ਨੂੰ ਛੱਡ ਚੁੱਕੇ ਸਨ ਅਤੇ ਧਰਮ ਦੀ ਤਬਾਹੀ ਦਾ ਕਾਰਨ ਬਣ ਰਹੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਕਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਕਾਜੀ ਵੱਡੀ ਲੈ ਕੇ ਝੂਠੇ ਫਤਵੇ ਦਿੰਦਾ ਸੀ ਅਤੇ ਕੁਰਾਨ ਦੇ ਗਲਤ ਅਰਥ ਕਰਕੇ ਬਾਦਸ਼ਾਹ ਨੂੰ ਕੁਰਾਹੇ ਪਾਉਂਦਾ ਸੀ। ਬ੍ਰਾਹਮਣ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਅਤੇ ਅਨੇਕ ਪ੍ਰਕਾਰ ਦੇ ਫੋਕਟ ਕਰਮਕਾਂਡ ਦੱਸ ਕੇ ਲੁੱਟ ਰਿਹਾ ਸੀ। ਤੀਜੇ ਜੋਗੀ, ਜਿਨ੍ਹਾਂ ਬਸ ਜੁਗਤੀ ਕੋਈ ਨਹੀਂ ਸੀ, ਉਹ ਸੰਸਾਰ ਤਿਆਗ ਕੇ ਜੰਗਲਾਂ ਤੇ ਪਹਾੜਾਂ ਨੂੰ ਚਲੇ ਗਏ। ਇਹ ਤਿੰਨੇ ਫਿਰਕੇ ਜਿਨ੍ਹਾਂ ਨੇ ਲੋਕਾਂ ਨੂੰ ਧਰਮੀ ਜੀਵਨ ਜਿਉਣ ਦਾ ਢੰਗ ਦੱਸਣਾ ਸੀ, ਇਹ ਆਪੋ ਆਪਣੇ ਫਰਜ਼ਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਸਮਾਜਿਕ ਹਾਲਤ। ਜੇਕਰ ਰਾਜਨੀਤਿਕ ਤੇ ਧਾਰਮਿਕ ਹਾਲਤ ਚੰਗੇ ਨਹੀਂ ਸਨ ਤਾਂ ਸਮਾਜਿਕ ਹਾਲਤ ਵੀ ਨਿੱਘਰ ਚੁੱਕੀ ਸੀ। ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਇੱਕ ਹਿੰਦੂ ਤੇ ਦੂਜੇ ਮੁਸਲਮਾਨ। ਇਹ ਇੱਕ ਦੂਜੇ ਨੂੰ ਨਫ਼ਰਤ ਤਾਂ ਕਰਦੇ ਹੀ ਸਨ, ਪਰ ਅੱਗੋਂ ਆਪ ਵੀ ਕਈ ਹਿੱਸਿਆਂ ਵਿੱਚ ਵੰਡੇ ਹੋਏ ਸਨ। ਹਿੰਦੂ ਧਰਮ ਦੇ 4 ਵਰਨ ਸਨ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਸ਼ੂਦਰ ਦੀ ਹਾਲਤ ਤਰਸਯੋਗ ਸੀ। ਆਮ ਲੋਕਾਂ ਵੱਲੋਂ ਤਾਂ ਇਸਤਰੀ ਨਾਲ ਵੀ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਮੁਸਲਮਾਨ ਵੀ ਅੱਗੇ ਕਈ ਵਰਨਾਂ ਵਿੱਚ ਵੰਡੇ ਹੋਏ ਸਨ। ਉਹਨਾਂ ਦੇ ਹੱਥ ਰਾਜ ਭਾਗ ਹੋਣ ਕਰਕੇ ਹਿੰਦੂ ਧਰਮ ਦੇ ਲੋਕਾਂ ਨਾਲ ਬੁਰਾ ਵਰਤਾਓ ਕਰਿਆ ਜਾਂਦਾ ਸੀ। ਤੁਹਾਨੂੰ ਪਤਾ ਹੀ ਹੈ ਕਿ ਜਾਤ ਪਾਤ, ਊਚ ਨੀਚ ਦਾ ਭੇਦਭਾਵ ਮੰਨਣ ਵਾਲਾ ਕੋਈ ਵੀ ਸਮਾਜ ਕਦੇ ਚੰਗਾ ਨਹੀਂ ਹੋ ਸਕਦਾ। ਆਰਥਿਕ ਹਾਲਤ। ਮੁਸਲਮਾਨ ਹਾਕਮ ਹੋਣ ਕਰਕੇ ਲੋਕਾਂ ਨੂੰ ਲੁੱਟਦਾ ਸੀ। ਲੋਕ ਜਾਂ ਤਾਂ ਬਹੁਤ ਅਮੀਰ ਸਨ ਤੇ ਜਾਂ ਬਹੁਤ ਗਰੀਬ। ਕੋਈ ਹਿੰਦੂ ਵੀ ਅਮੀਰ ਸਨ। ਅਮੀਰ ਹਿੰਦੂ ਤੇ ਮੁਸਲਮਾਨ ਹਾਕਮ ਵਿੱਚ ਬਹੁਤਾ ਫਰਕ ਨਹੀਂ ਸੀ। ਉਦਾਹਰਨ ਦੇ ਤੌਰ ਤੇ ਕੋਈ ਮਲਕ ਭਾਗੋ ਸੀ ਤੇ ਕੋਈ ਗਰੀਬ ਲਾਲੋ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਬਹੁਤ ਮਾੜੀ ਹਾਲਤ ਸੀ। ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਜੀ ਦੇ ਵਿਰੋਧ ਕਿੰਨੇ ਲੋਕ ਸਨ, ਪਰ ਫਿਰ ਵੀ ਉਹਨਾਂ ਨੇ ਵਾਹਿਗੁਰੂ ਦਾ ਭਾਣਾ ਮੰਨ ਕੇ ਹਾਰ ਨਾ ਮੰਨੀ ਅਤੇ ਸਾਰਿਆਂ ਨੂੰ ਸਿੱਧੇ ਰਾਹ ਪਾਇਆ। ਸਾਨੂੰ ਵੀ ਮੁਸ਼ਕਿਲ ਸਮੇਂ ਘਬਰਾਉਣਾ ਨਹੀਂ ਚਾਹੀਦਾ। ਹਮੇਸ਼ਾ ਸੱਚ ਦਾ ਰਾਸਤਾ ਚੁਣਨਾ ਚਾਹੀਦਾ ਹੈ, ਚਾਹੇ ਕਿੰਨੇ ਵੀ ਲੋਕ ਸਾਡੇ ਵਿਰੋਧ ਹਨ। ਜੇਕਰ ਅਸੀਂ ਸੱਚ ਦਾ ਰਾਸਤਾ ਚੁਣਾਂਗੇ ਤਾਂ ਵਾਹਿਗੁਰੂ ਜੀ ਵੀ ਸਾਡੇ ਨਾਲ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟੀ ਖੁਸ਼ਪ੍ਰੀਤ ਕੌਰ ਜੀ ਦਾ, ਜਿਨ੍ਹਾਂ ਨੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਜਿਹੜੀ ਹੈ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਬਾਰੇ ਜਾਣੂ ਕਰਵਾਇਆ। ਤੇ ਬੇਟੀ ਨੇ ਇੱਕ ਗੱਲ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਾ ਕਦੇ ਵੀ ਕੋਈ ਚੀਜ਼ ਨੂੰ ਜਿਹੜਾ ਆ ਉਹ ਨੈਗੇਟਿਵ ਲਿਆ ਹੀ ਨਹੀਂ। ਗੁਰੂ ਸਾਹਿਬ ਜੀ ਨੇ ਹਮੇਸ਼ਾ ਹੀ ਜਿਹੜੀ ਕੋਈ ਵੀ ਚੀਜ਼ ਨੂੰ ਪੋਜ਼ਿਟਿਵ ਲੈਂਦੇ ਸੀ। ਕੋਈ ਵੀ ਗੱਲ ਹੋ ਜਾਂਦੀ ਸੀ ਉਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜਾ ਸੀ ਉਹ ਸੋਲਵ ਕਰਦੇ ਸੀ। ਇਹਦਾ ਕਾਰਨ ਕੀ ਸੀ? ਗੁਰੂ ਸਾਹਿਬ ਜੀ ਦੇ ਕੋਲ ਬਾਣੀ ਸੀ ਤੇ ਇਸੇ ਬਾਣੀ ਦੇ ਕਰਕੇ ਗੁਰੂ ਸਾਹਿਬ ਜੀ ਜਿਹੜੇ ਸੀ ਹਮੇਸ਼ਾ ਪੋਜ਼ਿਟਿਵ ਥਿੰਕ ਰੱਖ ਕੇ ਜਿਹੜਾ ਸੀ ਉਹ ਦੂਸਰੇ ਨੂੰ ਸੁਧਾਰਨ ਦੇ ਵਿੱਚ ਜਿਹੜਾ ਸੀ ਆਪਣਾ ਜ਼ੋਰ ਦਿੰਦੇ ਸੀ। ਇਸ ਕਰਕੇ ਸਾਨੂੰ ਵੀ ਹਮੇਸ਼ਾ ਜਿਹੜੀ ਹੈ ਉਹ ਬਾਣੀ ਪੜ੍ਹਨੀ ਚਾਹੀਦੀ ਹੈ, ਬਾਣੀ ਸੁਣਨੀ ਚਾਹੀਦੀ ਹੈ ਤੇ ਬਾਣੀ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ, ਕਿਉਂਕਿ ਬਾਣੀ ਵਿੱਚ ਇੱਕ ਐਸੀ ਸ਼ਕਤੀ ਹੈ, ਐਸੀ ਤਾਕਤ ਹੈ ਜਿਹੜੀ ਸਾਡੇ ਅੰਦਰ ਕਦੇ ਵੀ ਨੈਗੇਟਿਵ ਥਿੰਕਿੰਗ ਜਿਹੜੀ ਹੈ ਉਹ ਕਦੇ ਵੀ ਨਹੀਂ ਆਉਣ ਦੇਵੇਗੀ। ਸੋ ਬਹੁਤ ਬਹੁਤ ਧੰਨਵਾਦ ਬੇਟੀ ਖੁਸ਼ਪ੍ਰੀਤ ਕੌਰ ਜੀ ਦਾ। ਸਾਡਾ ਅਗਲਾ ਸੈਸ਼ਨ ਹੈ ਜੀ ਸਪੋਕਨ ਇੰਗਲਿਸ਼ ਦਾ, ਜੋ ਲੈਣਗੇ ਮੈਮ ਕੁਲਵੰਤ ਕੌਰ ਜੀ। ਸੋ ਬਹੁਤ ਬਹੁਤ ਸਵਾਗਤ ਮੈਮ ਦਾ। ਮੈਮ ਕੁਲਵੰਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਥੈਂਕ ਯੂ ਫॉर ਮੇਕਿੰਗ ਮੀ ਪਾਰਟ ਆਫ ਦਿਸ ਕੈਂਪ। ਜਿਵੇਂ ਕਿ ਅਸੀਂ ਕਾਫੀ ਦਿਨ ਤੋਂ ਇਹ ਕੈਂਪ ਹੈ, ਆਈ ਥਿੰਕ ਫॉर द ਪਾਸਟ ਫਿਊ ਡੇਜ਼ ਅਸੀਂ ਇਹ ਕੈਂਪ ਅਸੀਂ ਡੈਡੀਕੇਟ ਕੀਤਾ ਹੈ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ।
सो मेरा भी मन किया कि अज असी कुछ ऐसे वर्ड्स करिए, कुछ ऐसे सेंटेंसेस सीखिए इंग्लिश दे विच ਜਿਹੜੇ कि उन्हां द्वारा दित्तियां गईयां वैल्यूज नूं डिफाइन करदे होण। सो अज दा मेरा टॉपिक उसे बेस ते ही है, वैल्यू एडुकेशन इन द बाणी ऑफ गुरु नानक देव जी। सो अज असी कुछ ऐसे वर्ड्स करांगे ਜਿਹੜੇ कि वैसे तो ਜਿਹੜੇ पूरी ही गुरबाणी, सारा ही गुरु ग्रंथ साहिब जी या गुरुआं दी बाणी ਜਿਹੜੀ है वो नॉलेज का एक ओशन है, एक अथाह समंदर है। ਤੇ ਮੇਰੀ ਕੋਈ हैसियत नहीं है कि मैं ਇਹਦੇ ਵਿੱਚੋਂ ਕੁਝ ਕੁ ਚੀਜ਼ਾਂ ਜਾਂ ਕਮਾਂ ਕਿ ਕੁਝ ਕੁ ਵੈਲਿਊਜ਼ ਉਹਨਾਂ ਦੁਆਰਾ। ਸੋ ਅੱਜ ਅਸੀਂ ਕੁਝ ਥੋੜੇ ਜਿਹੇ ਵਰਡਸ ਇਸ ਤਰ੍ਹਾਂ ਦੇ ਕਰਾਂਗੇ ਜੋ ਉਹਨਾਂ ਦੀ ਬਾਣੀ ਤੋਂ ਸਾਨੂੰ ਵੈਲਿਊਜ਼ ਸਿੱਖਣ ਨੂੰ ਮਿਲੀਆਂ। ਜਿਵੇਂ ਹੁਣੇ ਬੇਟੀ ਖੁਸ਼ਦੀਪ ਕੌਰ ਨੇ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਦੇ ਟਾਈਮ ਦੇ ਵਿੱਚ ਸੋਸ਼ਲ ਜਿਹੜੇ ਹਾਲਾਤ ਸੀਗੇ ਲੋਕਾਂ ਦੇ, ਜਾਂ ਉਹ ਫਾਈਨੈਂਸ਼ੀਅਲੀ ਕਿੱਦਾਂ ਦੇ ਸੀਗੇ, ਜਾਂ ਉਹ ਮੈਂਟਲੀ ਕਿੱਦਾਂ ਦੇ ਸੀਗੇ, ਹੈ ਨਾ। ਤੇ ਉਹ ਬਾਣੀ ਜਿਹੜੀ ਹੈ ਫਿਰ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਉਹਦੇ ਵਿੱਚੋਂ ਗੁਰੂ ਨਾਨਕ ਜੀ ਵੀਰ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਪੋਜ਼ਿਟਿਵ ਸੀਗੇ, ਹੈ ਨਾ। ਤੇ ਉਹੀ ਪੋਜ਼ਿਟਿਵਿਟੀ ਜਿਹੜੀ ਹੈ ਅਸੀਂ ਲੈਣੀ ਹੈ ਥਰੂ ਉਹਨਾਂ ਦੀ ਬਾਣੀ। ਸੋ ਉਹ ਕੀ ਸੀਗਾ ਬਾਣੀ, ਉਹਦੇ ਵਿੱਚ ਜੋ ਵੈਲਿਊਜ਼ ਸੀਗੀਆਂ, ਅੱਜ ਅਸੀਂ ਕੁਝ ਵਰਡਸ ਉਹਨਾਂ ਦੁਆਰਾ ਦਿੱਤੀਆਂ ਗਈਆਂ ਵੈਲਿਊਜ਼ ਨੂੰ ਹੀ ਡੈਡੀਕੇਟ ਕਰਾਂਗੇ। ਸੋ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਫਰਸਟ ਗੁਰੂ ਆਫ ਦ ਸਿੱਖਸ। He was a great mystic and saint. ਉਹ ਇੱਕ ਅਲੌਕਿਕ ਪੁਰਖ ਸੀਗੇ। ਮਿਸਟਿਕ ਹੁੰਦੇ ਅਲੌਕਿਕ, ਦੇਵੀ ਪੁਰਖ, ਇੱਕ ਸੰਤ। He was a great mystic and saint. ਔਰ ਉਹਨਾਂ ਨੇ ਸਾਨੂੰ ਸਪਿਰਿਚੁਅਲ ਨੌਲੇਜ ਦਾ, ਇੱਕ ਅਧਿਆਤਮਿਕ ਗਿਆਨ ਦਾ, ਟਰੂਥ ਦਾ, ਸੱਚਾਈ ਦਾ, ਇੱਕ ਡਿਵੋਸ਼ਨ ਕਿ ਅਸੀਂ ਕਿਸੇ ਚੀਜ਼ ਪ੍ਰਤੀ ਕਿੰਨੇ ਡੈਡੀਕੇਟਿਡ ਆ, ਕਿੰਨੇ ਸਮਰਪਿਤ ਆ, ਹਿਊਮੈਨਿਟੀ, ਮਾਨਵਤਾ, ਯਾਨੀ ਇੱਕ ਇਨਸਾਨ ਨੂੰ ਇਨਸਾਨ ਸਮਝਣਾ। ਉਹਨਾਂ ਨੇ ਇਸ ਚੀਜ਼ ਦਾ ਇੱਕ ਓਸ਼ਨ ਸਾਨੂੰ ਗਿਫਟ ਕੀਤਾ, ਮੋਰਲ ਅੰਡਰਸਟੈਂਡਿੰਗ, ਸਾਡੇ ਵਿੱਚ ਨੈਤਿਕ ਸਮਝਦਾਰੀ ਕਿੰਨੀ ਕੁ ਹੈ। ਸੋ ਉਸ ਚੀਜ਼ ਦਾ ਉਹਨਾਂ ਨੇ ਇੱਕ ਓਸ਼ਨ ਜਿਹੜਾ ਹੈ ਉਹ ਪੂਰੀ ਮੈਨਕਾਈਂਡ ਨੂੰ, ਪੂਰੀ ਮਾਨਵਤਾ ਨੂੰ ਇੱਕ ਸਾਨੂੰ ਗਿਫਟ ਦੇ ਤੌਰ ਤੇ ਦਿੱਤਾ, ਆਪਣੀ ਬਾਣੀ ਦੇ ਰੂਪ ਵਿੱਚ, ਆਪਣੀ ਸਿੱਖਿਆਵਾਂ ਦੇ ਰੂਪ ਦੇ ਵਿੱਚ। ਸੋ ਅਕੋਰਡਿੰਗ ਟੂ ਗੁਰੂ ਨਾਨਕ's doctrine, there are 3 guiding principles, golden principles of spiritual life. ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ, ਡਾਕਟਰੀਨ ਹੁੰਦਾ ਹੈ ਸਿਧਾਂਤ, ਉਹਨਾਂ ਦੇ ਜਿਹੜੇ ਪ੍ਰਿੰਸੀਪਲ, ਉਹਨਾਂ ਦਾ ਜਿਹੜਾ ਡਾਕਟਰੀਨ ਸੀ, ਉਸ ਦੇ ਅਨੁਸਾਰ ਸਾਡੀ ਜਿਹੜੀ ਸਪਿਰਿਚੁਅਲ ਲਾਈਫ ਹੈ, ਅਧਿਆਤਮਿਕ ਲਾਈਫ ਹੈ, ਉਹਦੇ 3 ਗੋਲਡਨ ਪ੍ਰਿੰਸੀਪਲਸ ਕੀ ਸੀਗੇ? ਕਿਰਤ ਕਰੋ, ਵਰਕਿੰਗ ਡਿਲੀਜੈਂਟਲੀ ਐਂਡ ਟੈਨੇਸ਼ੀਅਸਲੀ। ਡਿਲੀਜੈਂਟਲੀ ਬੜੀ ਮਿਹਨਤ ਦੇ ਨਾਲ, ਬੜੀ ਇੰਟੈਲੀਜੈਂਸ ਦੇ ਨਾਲ, ਬੜੀ ਵਿਜ਼ਡਮ ਦੇ ਨਾਲ, ਐਂਡ ਟੈਨੇਸ਼ੀਅਸਲੀ ਬੜੀ ਦ੍ਰਿੜਤਾ ਦੇ ਨਾਲ। ਟੈਨੇਸ਼ੀਅਸਲੀ ਹੁੰਦਾ ਦ੍ਰਿੜਤਾ ਦੇ ਨਾਲ ਆਪਣਾ ਕੰਮ ਕਰੋ, ਸੱਚੀ ਸੁੱਚੀ ਕਿਰਤ ਕਰੋ, ਨਾਮ ਜਪੋ। ਕੰਟੈਂਪਲੇਟਿੰਗ ਐਂਡ ਮੈਡੀਟੇਟਿੰਗ ਔਨ ਹਿਸ ਨੇਮ, ਉਸਦਾ ਨਾਮ ਜਪਣਾ, ਉਸਦੇ ਨਾਮ ਨੂੰ ਧਿਆਣਾ, ਉਸਦੇ ਨਾਮ ਦੇ ਵਿੱਚ ਲਿਵ ਲਗਾਣੀ, that is ਨਾਮ ਜਪੋ। ਐਂਡ ਵੰਡ ਛਕੋ, ਜੋ ਵੀ ਹੈ, either it is your money or your knowledge or whatever you are having, you have to share with others. So ਕਿਰਤ ਕਰੋ, ਨਾਮ ਜਪੋ ਐਂਡ ਵੰਡ ਛਕੋ। ਇਹ ਉਹਨਾਂ ਦੇ 3 ਗੋਲਡਨ ਪ੍ਰਿੰਸੀਪਲਸ ਸੀਗੇ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਵੈਲਿਊ ਐਡੂਕੇਸ਼ਨ ਦੀ। ਸੋ ਬੱਚਿਓ, ਮੈਂ ਪਹਿਲਾਂ ਦੱਸਣਾ ਚਾਹੁੰਦੀ ਹਾਂ ਕਿ ਵੈਲਿਊ ਹੁੰਦਾ ਕੀ ਹੈ। ਤੁਹਾਨੂੰ ਵੈਸੇ ਸਾਰਿਆਂ ਨੂੰ ਇਹਦੇ ਬਾਰੇ ਪਤਾ ਹੀ ਹੈ। ਵੈਲਿਊ ਅਸੀਂ ਕਹਿੰਦੇ ਹਾਂ ਕਿਸੇ ਚੀਜ਼ ਦੀ ਕੀਮਤ, ਕਿਸੇ ਚੀਜ਼ ਦੀ ਕਾਬਲੀਅਤ, ਕਿਸੇ ਚੀਜ਼ ਦੀ ਇੰਪੋਰਟੈਂਸ। ਜਿਵੇਂ ਅਸੀਂ ਕਹਿੰਦੇ ਹਾਂ ਇਸ ਪੱਥਰ ਦੀ ਤਾਂ ਕੋਈ ਕੀਮਤ ਹੀ ਨਹੀਂ ਹੈ, ਇਹਦੀ ਕੋਈ ਵੈਲਿਊ ਹੀ ਨਹੀਂ ਹੈ, ਜਾਂ ਉਸ ਦੀ ਗੱਲ ਦੀ ਮੇਰੀ ਨਜ਼ਰਾਂ 'ਚ ਕੋਈ ਵੈਲਿਊ ਨਹੀਂ ਹੈ। ਕੀਮਤ ਅਸੀਂ ਕਹਿੰਦੇ ਹਾਂ ਨਾ, ਉਹਨੂੰ ਕਹਿੰਦੇ ਹਾਂ। ਬਟ ਜੇ ਅਸੀਂ ਕਦਰਾਂ ਕੀਮਤਾਂ ਦੀ ਗੱਲ ਕਰੀਏ, ਵੈਲਿਊਜ਼ ਦੀ ਗੱਲ ਕਰੀਏ, ਤਾਂ ਵੈਲਿਊਜ਼ ਕੀ ਹੁੰਦੀਆਂ ਨੇ? ਵੈਲਿਊਜ਼ ਉਹ ਸਾਡੇ ਬਿਲੀਫ ਹੈ, ਬੇਸਿਕ ਐਂਡ ਫੰਡਾਮੈਂਟਲ ਬਿਲੀਫਸ ਹੈ, ਜਿਹੜੇ ਸਾਡੇ ਐਕਸ਼ਨਸ ਨੂੰ ਡਿਸਾਈਡ ਕਰਦੇ ਹੈ ਕਿ ਅਸੀਂ ਕਿੱਦਾਂ ਦਾ ਕੰਮ ਕਰਨ ਜਾ ਰਹੇ ਹਾਂ, ਜੋ ਸਾਡੇ ਐਟੀਟਿਊਡ ਨੂੰ ਮੋਟੀਵੇਟ ਕਰਦੇ ਆ, ਸਾਡੇ ਬਿਹੇਵੀਅਰ ਨੂੰ ਮੋਟੀਵੇਟ ਕਰਦੇ ਆ। ਕਿ ਮੰਨ ਲਓ ਮੇਰੇ ਅੰਦਰ ਵੈਲਿਊਜ਼ ਹੈ, ਮੇਰੇ ਅੰਦਰ ਕਦਰਾਂ ਕੀਮਤਾਂ ਨੇ, ਤਾਂ ਮੇਰਾ ਕਿਸੇ ਦੇ ਪ੍ਰਤੀ ਬਿਹੇਵੀਅਰ ਬਹੁਤ ਵਧੀਆ ਹੋਏਗਾ, ਹੈ ਨਾ। ਮੇਰੇ ਅੰਦਰ ਵੈਲਿਊਜ਼ ਹੈ ਤਾਂ ਮੈਂ ਸੱਚ ਬੋਲਾਂਗੀ, ਮੇਰੇ ਅੰਦਰ ਵੈਲਿਊਜ਼ ਹੈ ਮੈਂ ਕਿਸੇ ਦਾ ਦਿਲ ਨਹੀਂ ਦੁਖਾਵਾਂਗੀ, ਮੇਰੇ ਅੰਦਰ ਵੈਲਿਊਜ਼ ਹੈ ਮੈਂ ਚੋਰੀ ਨਹੀਂ ਕਰਾਂਗੀ, ਠੱਗੀ ਨਹੀਂ ਕਰਾਂਗੀ। ਸੋ ਕੀ ਹੈ, ਇਹਨਾਂ ਵੈਲਿਊਜ਼ ਨੇ ਮੇਰੇ ਐਕਸ਼ਨਸ ਨੂੰ ਡਿਸਾਈਡ ਕੀਤਾ, ਮੋਟੀਵੇਟ ਕੀਤਾ ਕਿ ਮੇਰੇ ਐਕਸ਼ਨਸ ਕਿੱਦਾਂ ਦੇ ਹੋਣੇ ਚਾਹੀਦੇ ਹਨ। ਵੈਲਿਊਜ਼ ਸਾਨੂੰ ਇਹ ਹੈਲਪ ਕਰਦੀਆਂ ਕਿ ਵਾਟ ਇਜ਼ ਇੰਪੋਰਟੈਂਟ ਟੂ ਅਸ,
values make us to choose between what is right and what is wrong. ਜਿਹੜੀ values ਹੁੰਦੀਆਂ ਇਹ ਕੀ ਹੁੰਦੀਆਂ ਨੇ, ਇਹ ਸਾਨੂੰ help ਕਰਦੀਆਂ ਨੇ ਕਿ ਅਸੀਂ ਸਹੀ ਔਰ ਗਲਤ ਦੀ ਪਛਾਣ ਕਰ ਸਕੀਏ। what is important to us, ਸਾਡੇ ਲਈ ਕੀ important ਹੈ, ਸਾਡੇ ਲਈ ਠੀਕ ਕੀ ਹੈ, ਅਸੀਂ ਕਿਸ ਰਸਤੇ ਤੇ ਜਾਣਾ ਹੈ। and then they serve as a guide for human behavior। ਸਾਡਾ human behavior ਕਿਸੇ ਹੋਰ ਪ੍ਰਤੀ ਵਰਤੀਰਾ ਕੀ ਹੁੰਦਾ ਹੈ, ਇਹ ਸਾਡੀ values ਦੇ ਉੱਤੇ ਡਿਪੈਂਡ ਕਰਦਾ ਹੈ। ਸਾਡਾ ਵਰਤੀਰਾ ਹੈ ਨਾ, ਅਸੀਂ ਕਿਸੇ ਨੂੰ ਉਹੀ ਦਵਾਂਗੇ ਜੋ ਸਾਡੇ ਅੰਦਰ ਹੈ, ਇਹ ਸਾਨੂੰ ਗਾਈਡ ਕਰਦੇ ਹੈ। ਸਾਡਾ ਹਿਊਮਨ ਬਿਹੇਵੀਅਰ, ਸਾਡਾ ਵਰਤੀਰਾ ਜਿਹੜਾ ਹੈ ਉਹਨੂੰ ਇਹ ਵੈਲਿਊਜ਼ ਹੀ ਗਾਈਡ ਕਰਦੀਆਂ ਨੇ। ਸੋ ਹੁਣ ਅਸੀਂ ਵੈਲਿਊਜ਼ ਕਰਾਂਗੇ ਇਨ ਦ ਬਾਣੀ ਆਫ ਗੁਰੂ ਨਾਨਕ ਦੇਵ ਜੀ। ਸੋ ਅੱਜ ਦੇ ਜਿਹੜੇ ਵਰਡਸ ਹੈ ਦੇ ਆਰ ਡੈਡੀਕੇਟਿਡ ਟੂ ਦ ਬਾਣੀ ਆਫ ਗੁਰੂ ਨਾਨਕ ਦੇਵ ਜੀ। ਫਰਸਟ ਇਜ਼ ਡਿਵਾਈਨ ਲਵ, ਦੇਵੀ ਪ੍ਰੇਮ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਨੇ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਸਾਜ ਕਹੂੰ ਸੁਨ ਲੈ ਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਉਹਨਾਂ ਨੂੰ ਹੀ ਮਿਲਦਾ ਜਿਨ੍ਹਾਂ ਦੇ ਅੰਦਰ ਉਹ ਡਿਵਾਈਨ ਲਵ ਹੈ ਨਾ, ਉਹ ਪਿਆਰ ਹੈ। ਉਹ ਪਿਆਰ ਉਸ ਪਰਮਾਤਮਾ ਦੇ ਨਾਲ ਵੀ, ਪਲੱਸ ਉਸਦੀ ਬਣਾਈ ਹੋਈ ਕਾਇਨਾਤ ਦੇ ਨਾਲ ਵੀ, ਉਸਦੇ ਬਣਾਏ ਹੋਏ ਬੰਦਿਆਂ ਦੇ ਨਾਲ ਵੀ। ਕਿਸੇ ਦੇ ਨਾਲ ਨਫ਼ਰਤ ਨਹੀਂ ਹੈ। ਜਿਵੇਂ ਗੁਰੂ ਸਾਹਿਬ ਕੀ ਕਹਿ ਰਹੇ ਹੈ, ਅੰਦਰ ਖਾਲੀ ਪ੍ਰੇਮ ਬਿਨ ਤਹਿ ਢੇਰੀ ਤਨ ਛਾਰ। The inner being is empty without love, and the body shall crumble into a heap of ashes। ਜਿਹੜਾ ਸਾਡਾ ਅੰਦਰਲਾ ਹੈ ਉਹ ਲਵ ਤੋਂ ਬਿਨਾ, ਉਸ ਪਰਮਾਤਮਾ ਦੇ ਪਿਆਰ ਤੋਂ ਬਿਨਾ ਖਾਲੀ ਹੈ। ਇਹ ਪਿਆਰ ਕੋਈ ਵੀ ਹੋ ਸਕਦਾ ਹੈ, ਇਹ ਅਧਿਆਤਮਿਕ ਹੈ ਤੇ ਦੁਨਿਆਵੀ ਪਿਆਰ ਭਾਵ ਉਸਦੀ ਬਣਾਈ ਹੋਈ ਕਾਇਨਾਤ ਦੇ ਨਾਲ, ਉਸਦੇ ਬਣਾਏ ਹੋਏ ਇਨਸਾਨਾਂ ਦੇ ਨਾਲ, ਕਿਸੇ ਦੇ ਨਾਲ ਨਫ਼ਰਤ ਨਾ ਹੋਣਾ, ਪਿਆਰ ਹੋਣਾ। ਔਰ ਅਗਰ ਉਹ ਨਹੀਂ ਹੈ, then the body shall crumble into a heap of ashes। ਇੱਕ ਰਾਖ ਦਾ ਢੇਰ ਹੈ, ਸਵਾਹ ਦਾ ਢੇਰ ਹੈ ਸਾਡੀ ਬੋਡੀ, ਵਿਦਾਊਟ ਲਵ, ਵਿਦਾਊਟ ਡਿਵਾਈਨ ਲਵ, ਉਸ ਅਧਿਆਤਮਿਕ ਪ੍ਰੇਮ ਤੋਂ ਬਿਨਾ। ਨੈਕਸਟ ਅਸੀਂ ਇੱਕ ਵੈਲਿਊ ਹੈ, ਇਹ ਵੈਲਿਊ ਬੱਚੇ ਵੀ ਆਰ ਟਾਕਿੰਗ ਅਬਾਊਟ ਵੈਲਿਊਜ਼। ਸੋ ਫਰਸਟ ਵੈਲਿਊ ਵਾਸ ਡਿਵਾਈਨ ਲਵ, ਜੋ ਵੈਲਿਊ ਅਸੀਂ ਗੁਰੂ ਸਾਹਿਬ ਦੀ ਬਾਣੀ ਤੋਂ ਗੇਨ ਕਰ ਰਹੇ ਹਾਂ। ਨੈਕਸਟ ਇਜ਼ ਟਰੂਥ, ਸੱਚਾਈ। ਗੁਰੂ ਸਾਹਿਬ ਕੀ ਕਹਿੰਦੇ ਹੈ, ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਧਨ ਕਰੇ ਹੱਛਾ ਧੋਏ। ਕੀ ਕਹਿੰਦੇ ਆ, ਜੇ ਅਗਰ ਅਸੀਂ ਟਰੂਥ ਨੂੰ ਉਹੀ ਪਛਾਣ ਸਕਦਾ ਹੈ, ਉਸ ਸੱਚੇ ਨੂੰ, ਸੱਚੇ ਪਰਮਾਤਮਾ ਨੂੰ ਉਹੀ ਜਾਣ ਸਕਦਾ ਹੈ when the truth is in his heart। ਜਦੋਂ ਸਾਡੇ ਹਾਰਟ ਦੇ ਵਿੱਚ ਟਰੂਥ ਹੈ, ਅਸੀਂ ਸੱਚੇ ਨੂੰ ਉਦੋਂ ਹੀ ਪਛਾਣ ਸਕਾਂਗੇ ਜਦੋਂ ਸਾਡੇ ਅੰਦਰ ਸੱਚ ਹੈ। ਔਰ ਉਦੋਂ ਕੀ ਹੁੰਦਾ ਹੈ, ਸਾਡੀ the filth of falsehood, falsehood ਹੁੰਦਾ ਹੈ ਝੂਠ, ਝੂਠ ਦੀ ਫਿਲਥ ਹੁੰਦੀ ਹੈ ਗੰਦਗੀ, ਉਹ ਖਤਮ ਹੋ ਜਾਂਦੀ ਹੈ। and the body is washed clean। ਔਰ ਜਿਹੜਾ ਸਾਡਾ ਮਨ ਹੈ ਨਾ ਉਹ ਸਾਫ਼ ਹੋ ਜਾਂਦਾ ਹੈ if there is truth in our heart। ਜੇ ਸਾਡੇ ਮਨ ਦੇ ਵਿੱਚ ਸੱਚ ਹੈ, ਉਹ ਸੱਚ ਸੱਚੇ ਪਰਮਾਤਮਾ ਲਈ ਹੈ। ਔਰ ਅਦਰਵਾਈਜ਼ ਵੀ ਜੇ ਅਸੀਂ ਦੁਨਿਆਵੀ ਤੌਰ ਤੇ ਵੀ ਗੱਲ ਕਰੀਏ ਤਾਂ ਜਿਹੜਾ ਸੱਚ ਹੈ ਨਾ ਉਹ ਸਾਡੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ ਨਾ। ਜਿਵੇਂ ਗੱਲੀ ਪਿਸਤ ਨਾ ਜਾਈਏ ਛੁੱਟੈ ਸੱਚ ਕਮਾਈ। ਪਿਸਤ ਹੁੰਦਾ ਬੈਸ਼ਤ, ਜਿਹਨੂੰ ਅਸੀਂ ਹੈਵਨ ਕਹਿੰਦੇ ਆ, ਸਵਰਗ ਕਹਿੰਦੇ ਆ। ਸੋ ਬਾਈ ਮੀਅਰ ਟਾਕ, ਸਿਰਫ ਗੱਲਾਂ ਨਾਲ people do not earn passage to heaven। ਸਿਰਫ ਗੱਲਾਂ ਨਾਲ ਅਸੀਂ ਹੈਵਨ ਵੱਲ ਨਹੀਂ ਜਾ ਸਕਦੇ। ਗੱਲੀ ਪਿਸਤ ਨਾ ਜਾਈਏ, ਉਸ ਬੈਸ਼ਤ ਦੇ ਵਿੱਚ, ਉਸ ਸਵਰਗ ਦੇ ਵਿੱਚ ਅਸੀਂ ਗੱਲਾਂ ਨਾਲ ਨਹੀਂ ਜਾ ਸਕਦੇ। ਜਿਹੜੀ ਸੈਲਵੇਸ਼ਨ ਹੈ, ਜਿਹੜੀ ਮੁਕਤੀ ਹੈ ਨਾ, ਜੀਵਨ ਮੁਕਤ ਦੀ ਗੱਲ ਗੁਰਬਾਣੀ ਦੇ ਵਿੱਚ ਕੀਤੀ ਗਈ ਹੈ, that comes only from the practice of truth। ਉਸ ਸੱਚੇ ਪਰਮਾਤਮਾ ਦੇ ਨਾਲ ਹੀ, ਉਸ ਸੱਚ ਨੂੰ ਕਮਾਉਣ ਨਾਲ ਹੀ, ਉਸ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਨਾਲ ਹੀ ਉਹ ਸੈਲਵੇਸ਼ਨ, ਉਹ ਜਿਹੜੀ ਜੀਵਨ ਮੁਕਤ ਵਾਲੀ ਅਵਸਥਾ ਹੈ ਉਹ ਸਾਡੇ ਅੰਦਰ ਆਏਗੀ। by mere talk people do not earn passage। passage ਹੁੰਦਾ ਰਸਤਾ, passage to heaven। so again the next value is high character and truthful living। high character ਮਤਲਬ ਬਹੁਤ ਉੱਚਾ ਆਚਰਣ ਤੇ ਸੱਚੀ ਸੁੱਚੀ ਜ਼ਿੰਦਗੀ। ਜਿਵੇਂ ਅਸੀਂ ਕਹਿੰਦੇ ਆ ਨਾ ਕਿ ਰਿਸ਼ਵਤ ਨਹੀਂ ਲੈਣੀ, ਵੱਡੀ ਨਹੀਂ ਲੈਣੀ, ਹੈ ਨਾ। ਜਿਵੇਂ ਗੁਰੂ ਨਾਨਕ ਸਾਹਿਬ ਦੇ ਹਾਲਾਤ ਬਾਰੇ ਹੁਣੇ ਖੁਸ਼ਦੀਪ ਕੌਰ ਨੇ ਦੱਸਿਆ ਸੀ, ਕਾਦੀ ਕੂੜ ਬੋਲ ਮਲ ਖਾਏ, ਹੈ ਨਾ। ਬ੍ਰਾਹਮਣ ਨਾਤੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਤ, ਤੀਨੇ ਉਜਾੜੇ ਕਵਨ। ਸੋ ਉਹ ਕੀ ਸੀਗਾ, ਕੈਰੈਕਟਰ ਹਾਈ ਨਹੀਂ ਸੀਗਾ, ਹੈ ਨਾ, ਟਰੂਥਫੁਲ ਲਿਵਿੰਗ ਨਹੀਂ ਸੀਗੀ। ਸੋ ਹਾਈ ਕੈਰੈਕਟਰ, ਟਰੂਥਫੁਲ ਲਿਵਿੰਗ। ਹੁਣ ਦੇਖੋ ਗੁਰੂ ਸਾਹਿਬ ਨੇ ਕੀ ਕਿਹਾ ਹੈ, ਸੱਚੋ ਓਰੈ ਸਭ ਕੋ
ਉੱਪਰ ਸੱਚ ਆਚਾਰ। ट्रुथ हर चीज तो ऊपर है, सच तो सब तो ऊपर है ही है, बट उस तो भी ऊपर की है ट्रुथफुल लिविंग, सच्चा सुच्चा आचरण, द वे यू लिव। ਤੁਹਾਡੇ ਅਗਰ ਜੀਵਨ ਵਿੱਚ ਸੱਚ ਹੈ, ਜੇ ਤੁਸੀਂ ਕਿਸੇ ਦੇ ਨਾਲ, ਜਿਵੇਂ ਅੰਕਲ ਜੀ ਕਹਿੰਦੇ ਹੁੰਦੇ ਆ ਨਾ ਕਿ ਜੇ ਡਾਕਟਰ ਬਣੋ ਤਾਂ ਉਹ ਡਾਕਟਰ ਕਿਡਨੀ ਵੇਚਣ ਵਾਲਾ ਡਾਕਟਰ ਨਹੀਂ ਹੈ ਨਾ। ਜੇ ਵਕੀਲ ਹੈ ਤਾਂ ਉਹ ਬ੍ਰਾਈਬ ਲੈ ਕੇ ਫੈਸਲੇ ਕਰਾਉਣ ਵਾਲਾ ਵਕੀਲ ਨਹੀਂ ਹੈ, ਜਾਂ ਤੁਹਾਡੀ ਐਡਵੋਕੇਸੀ ਕਰਨ ਵਾਲਾ ਵਕੀਲ ਨਹੀਂ ਹੈ, ਜਾਂ ਜੱਜ ਨਹੀਂ है ना। सो अगर वो इस तरह का नहीं है, that means he is having truthful living. So high character and truthful living. Next, contemplating on God's name. हुने मैं दस्या सी contemplating ਦਾ मतलब ਹੁੰਦਾ ਧਿਆਣਾ, live ਜੋੜਨਾ, ਪਰਮਾਤਮਾ ਦੇ ਨਾਮ ਦੇ ਵਿੱਚ live ਜੋੜਨਾ। ਇੱਕ next value ਜਿਹੜੀ ਉਹਨਾਂ ਦੀ ਬਾਣੀ ਤੋਂ ਸਾਨੂੰ ਮਿਲ ਰਹੀ ਹੈ, ਜਿਵੇਂ ਗੁਰੂ ਸਾਹਿਬ ਨੇ ਕੀ ਕਿਹਾ ਅੰਗ 141 ਤੇ, ਵਿਣ ਨਾਮੈ ਹੋਰ ਧਨ ਨਾਹੀ, ਹੋਰ ਵਿਖਿਆ ਸਭ ਛਾਰਾ। Without God's name, if it is not there in our heart, ਜੇ ਸਾਡੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਮੇਰੇ ਅੰਦਰ, ਹੈ ਨਾ, there is no other wealth, ਫਿਰ ਕੁਝ ਵੀ ਨਹੀਂ ਹੈ, ਹੋਰ ਕੋਈ ਚੀਜ਼ ਮੇਰੇ ਕੋਲ ਨਹੀਂ ਹੈ, and everything else is just poison and ashes। ਔਰ ਅਗਰ ਮੇਰੇ ਕੋਲ ਕੁਝ ਹੈ ਵੀ ਨਾ ਉਸ ਦੇ ਨਾਮ ਤੋਂ ਬਿਨਾ, ਤਾਂ that is only poison and ashes, ਉਹ ਸਿਰਫ ਇੱਕ ਜ਼ਹਿਰ ਹੈ। ਵਿਖਿਆ ਮਤਲਬ ਜ਼ਹਿਰ, ਹੈ ਨਾ, ਬਿਖ, ਵਿਸ਼ ਜਿਹਨੂੰ ਅਸੀਂ ਕਹਿੰਦੇ ਹਾਂ ਜ਼ਹਿਰ ਹੈ, सब छारा, वो सब स्वा है, एशेज है, एशेज ਹੁੰਦੀਆਂ स्वा, ठीक है। सो विदाउट गॉड, सो ਇੱਥੇ ਗੁਰੂ ਸਾਹਿਬ ਕੀ ਕਰ ਰਹੇ हैं कि ਸਾਨੂੰ we have to contemplate on God's name। ਤੇ ਨਾਲ ਇੱਕ next value is fearlessness, ਡਰ ਤੋਂ ਰਹਿਤ ਜੀਵਨ। ਸੋ fearlessness, ਜਿਵੇਂ ਗੁਰੂ ਸਾਹਿਬ ਕਹਿੰਦੇ ਆ, ਡੱਡਾ ਡਰ ਉਪਜੈ ਡਰ ਜਾਏ, ਜਿਸਕਾ ਡਰ ਭੈ ਭਾਗੀ ਹੈ ਅੰਮ੍ਰਿਤਾਂ ਕਾ ਨਾਮ। ਥਰੂ ਦ ਫੀਅਰ ਆਫ ਗॉड ਫੀਅਰ ਰਨਸ ਅਵੇ। ਦੇਖੋ ਇਹ ਕਿੰਨੀ ਅੱਛੀ ਜੀ ਇੱਕ ਚੀਜ਼ ਹੈ ਕਿ ਡੱਡਾ ਡਰ ਉਪਜੈ ਡਰ ਜਾਏ। ਫੀਅਰ ਆਫ ਗॉड, ਜੇ ਅਗਰ ਰੱਬ ਦਾ ਫੀਅਰ ਹੈ ਨਾ, ਫਿਰ ਬਾਕੀ ਸਾਰੇ ਫੀਅਰ ਹੈ ਉਹ ਚਲੇ ਜਾਣਗੇ। ਜਿਵੇਂ ਗੁਰੂ ਨਾਨਕ ਸਾਹਿਬ ਦੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਕਿਸੇ ਤੋਂ ਡਰੇ ਬਿਨਾ ਉਹਨਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ, ਹੈ ਨਾ, ਫੀਅਰਲੈਸਨੈਸ ਸੀ। ਤੇ ਉਹਨਾਂ ਦੀ ਬਾਣੀ ਦੇ ਵਿੱਚ ਵੀ ਉਹੀ ਫੀਅਰਲੈਸਨੈਸ ਉਹ ਸਾਨੂੰ ਦੇ ਰਹੀ ਹੈ ਨਾ। And his name is ambrosial nectar. Ambrosial ਹੁੰਦਾ ਹੈ AMBROSIAL, is ambrosial nectar means ਦੇਵੀ ਅੰਮ੍ਰਿਤ। ਉਸਦਾ ਨਾਮ ਹੀ ਦੇਵੀ ਅੰਮ੍ਰਿਤ ਹੈ ਜੋ ਸਾਨੂੰ ਹਰ ਡਰ ਤੋਂ ਸਾਨੂੰ fearless ਬਣਾ ਦਿੰਦਾ ਹੈ, ਨਿਰਵੈਰ ਬਣਾ ਦਿੰਦਾ ਹੈ। fearlessness, sorry, ਨਿਰਭਉ ਬਣਾ ਦਿੰਦਾ ਹੈ। ਨਿਰਭਉ ਤਾਂ ਪਰਮਾਤਮਾ ਜੀ ਨੇ ਜੋ ਸਾਨੂੰ ਡਰ ਰਹਿਤ ਬਣਾ ਦਿੰਦਾ ਹੈ। ਅੱਗੇ ਇੱਕ ਹੋਰ ਇਹਦੇ ਵਿੱਚ ਇੱਕ ਹੋਰ ਤੁਕ ਹੈ, ਭਗਤ ਕਰ ਚਿਤ ਲਾਏ ਹਰ ਸਿਉ ਛੋੜ ਮਨੋ ਅੰਦੇਸਿਆ। ਉਹ ਫੀਅਰਲੈਸਨੈਸ, ਜਦੋਂ ਸਾਡੇ ਅੰਦਰ ਉਹ ਡਰ ਖਤਮ ਹੋ ਜਾਏਗਾ। ਐਂਗਜ਼ਾਇਟੀ, ਆਪਾਂ ਕਲਾਸ ਵਿੱਚ ਇੱਕ ਐਂਗਜ਼ਾਇਟੀ ਵਰਡ ਕੀਤਾ ਸੀ ਨਾ ਕਿ ਸਾਨੂੰ ਇੱਕ ਐਂਗਜ਼ਾਇਟੀ ਹੁੰਦੀ ਹੈ, ਨਰਵਸਨੈਸ ਹੁੰਦੀ ਹੈ, ਵਾਟ ਇਜ਼ ਗੋਇੰਗ ਟੂ ਹੈਪਨ ਨੈਕਸਟ, ਹੁਣ ਕੀ ਹੋਏਗਾ, ਹੈ ਨਾ। ਸੋ ਉਹ ਐਂਗਜ਼ਾਇਟੀ ਕਿੱਦਾਂ, ਪਰਫਾਰਮ ਡਿਵੋਸ਼ਨਲ ਵਰਸ਼ਿਪ। ਗੁਰੂ ਸਾਹਿਬ ਕੀ ਸਾਨੂੰ ਵੈਲਿਊ ਦੇ ਰਹੇ ਨੇ ਕਿ ਉਸ ਪਰਮਾਤਮਾ ਦੀ ਬੰਦਗੀ ਕਰ, ਆਪਣੀ ਕੌਨਸ਼ੀਅਸਨੈਸ, ਆਪਣੇ ਅੰਤਰ ਮਨ ਨੂੰ ਉਹਦੇ ਨਾਲ ਜੋੜ। ਲਿੰਕ ਯੋਰ ਕੌਨਸ਼ੀਅਸਨੈਸ ਟੂ ਦ ਲਾਰਡ ਐਂਡ ਡਿਸਪੈਲ ਕਰਦੇ, ਦੂਰ ਕਰਦੇ ਕਿਸ ਨੂੰ, ਐਂਗਜ਼ਾਇਟੀ ਫਰੋਮ ਯੋਰ ਮਾਈਂਡ। ਆਪਣੇ ਮਾਈਂਡ ਚੋਂ ਐਂਗਜ਼ਾਇਟੀ, ਨਰਵਸਨੈਸ, ਪਤਾ ਨਹੀਂ ਕੀ ਹੋਏਗਾ, ਪਤਾ ਨਹੀਂ ਮੇਰਾ ਕੀ ਬਣੇਗਾ। ਸੋ ਇਹ ਕੀ ਹੈ, ਐਂਗਜ਼ਾਇਟੀ ਹੈ ਸਾਡੇ ਅੰਦਰ, ਇੱਕ ਉਤੇਜਨਾ ਹੈ, ਉਹ ਡਿਸਪੈਲ ਹੋ ਜਾਏਗੀ। ਸੋ ਨੈਕਸਟ ਵੈਲਿਊ ਗੁਰੂ ਜੀ ਗਿਵਸ acceptance, will of God, ਜੋ ਹੈ ਜੋ ਹੋ ਰਿਹਾ ਉਸਦੀ ਰਜ਼ਾ ਵਿੱਚ ਹੋ ਰਿਹਾ, and we have to accept it like that। ਨਾਨਕ ਕਾਰ ਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜ਼ਾਏ। his actions cannot be described, ਉਹਦੇ ਐਕਸ਼ਨ ਨੂੰ ਅਸੀਂ ਡਿਸਕ੍ਰਾਈਬ ਹੀ ਨਹੀਂ ਕਰ ਸਕਦੇ, ਬਿਆਨ ਹੀ ਨਹੀਂ ਕਰ ਸਕਦੇ। and whatever he does, ਦੇਖੋ ਬੱਚੇ ਇੱਥੇ ਕੀ ਚੀਜ਼ ਨੋਟ ਕਰਨਾ, ਇਹ ਜਿੱਥੇ ਮੈਂ ਹੀ ਕੈਪੀਟਲ ਪਾਇਆ ਹੈ ਨਾ, H ਕੈਪੀਟਲ ਪਾਇਆ ਹੈ, it is used for God, his actions, ਉਸ ਤੋਂ ਬਾਅਦ whatever he has done, he ਦਾ H ਕੈਪੀਟਲ ਹੈ, is all by his own will, ਇੱਥੇ ਵੀ H ਕੈਪੀਟਲ ਹੈ। ਸੋ ਅਗਰ ਕਿਸੇ ਵਰਡ ਦੇ ਵਿੱਚ he, his ਦੇ ਵਿੱਚ H ਕੈਪੀਟਲ ਆਏ ਤਾਂ ਉਹ ਵਰਡ God ਲਈ ਹੈ। ਤਾਂ ਜੋ ਉਹ ਕਰ ਰਿਹਾ ਹੈ ਉਹ ਉਹਦੀ ਹੀ ਰਜ਼ਾ ਹੈ, ਉਹਦੀ ਹੀ ਮਰਜ਼ੀ ਹੈ। we have to accept it as it is, ਸਾਨੂੰ ਉਹਨੂੰ ਉਸੇ ਤਰ੍ਹਾਂ ਹੀ accept ਕਰਨਾ ਪਏਗਾ। ਆਪਾਂ accept ਵਰਡ ਕੀਤਾ ਸੀ ਨਾ, ਸਵੀਕਾਰ ਕਰਨਾ ਪਏਗਾ। then sweetness and humility,
ਸਵੀਟਨੈਸ ਹੁੰਦੀ ਹੈ ਮਿੱਠਤ, ਹਿਊਮਿਲਿਟੀ ਹੁੰਦਾ ਹੈ ਨੀਵਾਂ ਹੋ ਕੇ ਰਹਿਣਾ, ਹੰਬਲ ਹੋ ਕੇ ਰਹਿਣਾ। ਠੀਕ ਹੈ, ਜਿਵੇਂ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਇਹ ਸਵੀਟਨੈਸ ਐਂਡ ਹਿਊਮਿਲਿਟੀ, ਇਹ ਜਿਹੜੀ ਮਿੱਠਤ ਹੈ ਤੇ ਨਿਮਾਣਾਪਨ ਹੈ, ਹੰਬਲ ਹੋ ਕੇ ਰਹਿਣਾ ਹੈ, these are the essence of virtue and goodness। virtue ਹੁੰਦੇ ਆ ਗੁਣ, goodness ਹੁੰਦੀ ਹੈ ਤੁਹਾਡੀ ਚੰਗਿਆਈ। ਠੀਕ ਹੈ, ਇਹਨਾਂ ਦਾ ਤੱਤ ਕੀ ਹੈ, ਇਹਨਾਂ ਦੇ ਐਸੈਂਸ ਕੀ ਹੈ, ਸਵੀਟਨੈਸ ਐਂਡ ਹਿਊਮਿਲਿਟੀ, ਤੁਹਾਡੀ ਮਿੱਠਤ ਤੇ ਤੁਹਾਡਾ ਨਿਮਾਣਾਪਨ, ਨੀਵਾਂਪਨ। ਇੱਕ ਗੁਰੂ ਸਾਹਿਬ ਹੋਰ ਕੀ ਕਹਿੰਦੇ ਆ, ਜੇ ਲੋੜੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈ ਹੈ। ਇਹ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਨੇਕੀ ਕਰ ਤੇ ਭੁੱਲ ਜਾਓ, ਪਰ ਗੁਰੂ ਸਾਹਿਬ ਇਸ ਤੋਂ ਵੀ ਇੱਕ ਸਟੈਪ ਅੱਗੇ ਕਹਿ ਰਹੇ ਆ। ਉਹ ਕਹਿ ਰਹੇ ਨੇਕੀ ਕਰੋ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਨੀਚ ਸਦਾਓ, ਵੀ ਆਪਣੇ ਆਪ ਨੂੰ ਚੰਗਾ ਨਾ ਗਿਣਾਓ ਕਿ ਮੈਂ ਕੀਤਾ, ਮੈਂ ਇਹਦੇ ਲਈ ਇਹ ਕੀਤਾ ਤੇ ਮੈਨੂੰ ਉਸਨੇ ਚੰਗਾ ਕਹਿਤਾ। ਗੁਰੂ ਸਾਹਿਬ ਕੀ ਕਹਿ ਰਹੇ ਆ, ਕਰ ਪੁੰਨੋ ਨੀਚ ਸਦਾਈ ਹੈ, ਕਿ ਇਸ ਲੈਵਲ ਤੱਕ ਸਾਡੀ ਹਿਊਮਿਲਿਟੀ ਹੋਣੀ ਚਾਹੀਦੀ ਹੈ, ਸਾਡਾ ਨਿਮਾਣਾਪਨ। ਹਿਊਮਿਲਿਟੀ, ਇਹ ਵਰਡ ਹੰਬਲ ਤੋਂ ਬਣਿਆ ਹੈ, ਹਿਊਮਿਲਿਟੀ ਮਤਲਬ ਨਿਮਾਣਾਪਨ। if you yearn for goodness, ਜੇ ਤੁਸੀਂ ਚਾਹੁੰਦੇ ਹੋ, ਜੇ ਲੋੜ ਹੈ ਚੰਗਾ ਆਪਣਾ, then perform good deeds, ਚੰਗੇ ਕੰਮ ਕਰ, and feel humble, ਆਪਣੇ ਆਪ ਨੂੰ ਨੀਵਾਂ ਸਮਝ ਕਰ ਪੁੰਨੋ ਨੀਚ ਸਦਾਈ ਹੈ। next value he is giving is faith, ਉਸ ਤੇ ਵਿਸ਼ਵਾਸ, and shunning superstitions। superstitions ਹੁੰਦੇ ਆ ਵਹਿਮ ਭਰਮ। ਗੁਰੂ ਸਾਹਿਬ ਕੀ ਕਹਿ ਰਹੇ ਆ, ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ, ਕਹ ਨਾਨਕ ਨੇਚੋ ਧਿਆਵੈ, ਵਿਣ ਸਤਗੁਰ ਬਾਟ ਨਾ ਪਾਵੈ। ਉਹ ਕਹਿੰਦੇ ਜੇ ਅਗਰ ਇਸ ਪੰਡਿਤ ਨੂੰ ਪਤਾ ਹੁੰਦਾ ਕਿ ਗੋਡ ਦਾ ਨੇਚਰ ਕੀ ਹੈ, ਜੇ ਜਾਣਸ ਬ੍ਰਹਮੰ ਕਰਮੰ, ਕਿ ਉਹ ਕਿਸ ਤਰ੍ਹਾਂ ਇਸ ਸੰਸਾਰ ਨੂੰ ਚਲਾ ਰਿਹਾ ਹੈ, ਤਾਂ ਉਹਨੂੰ ਪਤਾ ਚੱਲ ਜਾਂਦਾ ਕਿ ਜਿਹੜੇ ਜਿੰਨੇ ਫੋਕਟ ਕਰਮ ਕਾਂਡ ਹੈ ਨਾ, ਇਹ ਸਭ ਇਨ ਵੇਨ ਮਤਲਬ ਵਿਅਰਥ ਹੈ। ਬਿਲੀਵਸ ਐਂਡ ਰਿਚੁਅਲਸ, ਵਿਸ਼ਵਾਸ ਤੇ ਕਰਮ ਕਾਂਡ, ਰਿਚੁਅਲਸ ਜੋ ਤੁਸੀਂ ਕਰਮ ਕਾਂਡ ਕਰਦੇ ਹੋ, ਇਹ ਕੀ ਨੇ, ਇਨ ਵੇਨ ਦਾ ਮਤਲਬ ਹੁੰਦਾ ਹੈ ਫੋਕਟ ਹੈ, ਬੇਕਾਰ ਹੈ, ਵਰਥਲੈਸ ਹੈ, ਯੂਜ਼ਲੈਸ ਹੈ। ਤੇ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਆ ਕਿ ਉਸ ਪਰਮਾਤਮਾ ਤੇ ਡੀਪ ਫੇਥ ਰੱਖ, ਇਹਨਾਂ ਸੁਪਰਸਟੀਸ਼ਨਸ ਨੂੰ, ਵਹਿਮਾਂ ਭਰਮਾਂ ਨੂੰ, ਅੰਧ ਵਿਸ਼ਵਾਸਾਂ ਨੂੰ, ਫੋਕਟ ਕਰਮ ਕਾਂਡਾਂ ਨੂੰ ਛੱਡ ਦੇ। ਵਿਦਾਊਟ ਦ ਟਰੂ ਗੋਡ, ਇੱਕ ਸੱਚੇ ਗੁਰੂ ਤੋਂ ਇਲਾਵਾ, ਸੱਚੇ ਉਸ ਪਰਮਾਤਮਾ ਤੋਂ ਇਲਾਵਾ ਕੋਈ ਸਾਨੂੰ ਰਸਤਾ ਨਹੀਂ ਦਿਖਾ ਸਕਦਾ, ਜਾਂ ਅਸੀਂ ਰਸਤਾ ਨਹੀਂ ਲੱਭ ਸਕਦੇ। ਐਂਡ ਲਾਸਟ ਤੇ ਉਹ ਕਹਿ ਰਹੇ ਆ, ਅਗੇਨ ਆਈ ਐਮ ਟੈਲਿੰਗ ਯੂ ਕਿ ਗੁਰੂ ਨਾਨਕ ਸਾਹਿਬ ਜੀ ਦੁਆਰਾ ਦਿੱਤੀ ਗਈਆਂ ਵੈਲਿਊਜ਼ ਦਾ ਇੱਕ ਅਥਾਹ ਸਮੁੰਦਰ ਹੈ। ਅੱਜ ਅਸੀਂ ਉਹਦੇ ਵਿੱਚੋਂ ਕੁਝ ਕੁ ਵੈਲਿਊਜ਼ ਡਿਸਕਸ ਕੀਤੀਆਂ। ਜਿਵੇਂ ਗੁਰੂ ਸਾਹਿਬ ਕਹਿ ਰਹੇ ਆ, ਦਇਆ ਕਪਾ, ਸੰਤੋਖ ਸੂਤ, ਜਤ ਗੰਡੀ, ਸਤ ਵਟ, ਇਹ ਜਨੇਊ ਜੀ ਕਾ ਹਈ ਤਪਾਂਡੇ ਘਟ। ਦਇਆ ਕੀ ਹੈ, ਮੇਕ ਕੰਪੈਸ਼ਨ। ਕੰਪੈਸ਼ਨ ਹੁੰਦਾ ਹੈ ਕਿਸੇ ਹੋਰ ਪ੍ਰਤੀ ਤੁਹਾਡੀ ਦਇਆ, ਐਮਪੈਥੀ ਜਿਹਨੂੰ ਆਪਾਂ ਕਲਾਸ ਦੇ ਵਿੱਚ ਕੀਤਾ ਸੀ, ਐਮਪੈਥੀ, ਕੰਪੈਸ਼ਨ, ਕਿਸੇ ਹੋਰ ਦੇ ਪ੍ਰਤੀ ਹਮਦਰਦੀ, ਉਸਦੇ ਦਰਦ ਨੂੰ ਫੀਲ ਕਰਨਾ, ਉਸਨੂੰ ਉਹ ਕੀ ਹੈ, ਕਾਟਨ ਦਾ ਰੂਪ ਹੈ। ਕੰਟੈਂਟਮੈਂਟ, ਸੰਤੋਖ, ਜੋ ਤੁਹਾਡੇ ਕੋਲ ਹੈ ਉਹਦੇ ਵਿੱਚ ਸੰਤੁਸ਼ਟ ਰਹਿਣਾ, ਕੰਟੈਂਟਮੈਂਟ। ਐਂਡ ਮੋਡੈਸਟੀ, ਮੋਡੈਸਟੀ ਹੁੰਦਾ ਹੈ ਜਤ, ਜਿਵੇਂ ਕਿ ਆਪਣੇ ਆਪ ਨੂੰ, ਕੰਟੈਂਟਮੈਂਟ ਨੂੰ ਉਹ ਧਾਗਾ ਬਣਾਇਆ ਜਾਏ, ਥ੍ਰੈਡ ਬਣਾਇਆ ਜਾਏ। ਮੋਡੈਸਟੀ ਦ ਨੋਟ, ਜਤ ਗੰਢੀ, ਨੋਟ ਹੁੰਦਾ ਗੰਢ, ਗੱਠ ਲਗਾਉਂਦੇ ਆ ਨਾ ਅਸੀਂ। ਮੋਡੈਸਟੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਦੇ ਹੋ, ਹੈ ਆਪਣੇ ਆਪ ਨੂੰ ਰਿਜ਼ਰਵ ਕਰਕੇ ਰੱਖਦੇ ਹੋ, ਕਿਸੇ ਦੇ ਨਾਲ ਕੋਈ ਆਲਤੂ ਫਾਲਤੂ ਨਹੀਂ ਉਹ ਕਰਦੇ, ਉਹ ਮੋਡੈਸਟੀ ਹੁੰਦੇ, ਕੰਟਰੋਲ ਦੇ ਵਿੱਚ ਰਹਿੰਦੇ ਹੋ, ਹੈ ਨਾ। ਐਂਡ ਟਰੂਥ ਦਾ ਟਵਿਸਟ, ਟਵਿਸਟ ਹੁੰਦਾ ਹੈ ਵੱਟ ਪਾਣਾ, ਉਹਨੂੰ ਟਵਿਸਟ ਕਹਿੰਦੇ ਆ, ਮੋੜਨਾ ਕਿਸੇ ਚੀਜ਼ ਨੂੰ, ਹੈ ਨਾ। ਕੰਪੈਸ਼ਨ ਦੀ ਕਾਟਨ, ਕੰਟੈਂਟਮੈਂਟ ਦਾ ਥ੍ਰੈਡ, ਮੋਡੈਸਟੀ ਦਾ ਨੋਟ, ਐਂਡ ਟਰੂਥ ਦਾ ਟਵਿਸਟ। ਔਰ ਅਗਰ ਉਹਨਾਂ ਨੇ ਕੀ ਕਿਹਾ ਸੀ ਪੰਡੇ ਨੂੰ ਕਿ ਇਫ ਯੂ ਹੈਵ ਦਿਸ ਸੇਕ੍ਰੇਡ, ਸੇਕ੍ਰੇਡ ਮਤਲਬ ਅਗਰ ਤੇਰੇ ਕੋਲ ਇਹ ਪਵਿੱਤਰ ਧਾਗਾ ਹੈ, then put it on me, put it around my neck, ਤਾਂ ਇਹ ਮੈਨੂੰ ਪਾ ਦੇ। ਇਟ ਮੀਨਸ ਇੱਥੇ ਸਾਨੂੰ ਕਿਹੜੀ ਵੈਲਿਊਜ਼ ਅਡਾਪਟ ਕਰਨ ਨੂੰ ਕਹਿ ਰਹੇ ਹਾਂ, ਕੰਪੈਸ਼ਨ, ਕੰਟੈਂਟਮੈਂਟ, ਮੋਡੈਸਟੀ ਐਂਡ ਟਰੂਥ। So these were the values from the Bani of Guru Nanak Dev Ji. ਕੋਸ਼ਿਸ਼ ਕਰਾਂਗੇ ਅਸੀਂ ਕਿ ਅਸੀਂ ਇਹਨਾਂ ਵੈਲਿਊਜ਼ ਨੂੰ ਆਪਣੇ ਅੰਦਰ ਵਸਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮੈਮ ਦਾ।
ਮੈਮ ਤੁਸੀਂ ਜਦੋਂ ਵੀ ਆਉਂਦੇ ਹੋ ਜੀ ਹਰ ਵਾਰ ਇੱਕ ਨਵਾਂ ਸੈਸ਼ਨ ਲੈ ਕੇ ਆਉਂਦੇ ਹੋ, ਨਵੇਂ ਵਰਡਸ ਲੈ ਕੇ ਆਉਂਦੇ ਹੋ ਤੇ ਬੜਾ ਅੰਦਰੋਂ ਨਾ ਇੱਕ ਹਲੂਣਾ ਜਿਹਾ ਮਿਲਦਾ ਤੁਹਾਡੇ ਕੋਲ ਨਵੇਂ ਵਰਡ ਸਿੱਖ ਕੇ ਜੀ। ਬਹੁਤ ਬਹੁਤ ਧੰਨਵਾਦ ਆਪਦਾ ਜੀ। ਸੋ ਹੁਣ ਅਸੀਂ ਬੱਚਿਆਂ ਦੇ ਕੁਝ ਹੈਂਡ ਰੇਜ਼ ਲਵਾਂਗੇ ਜੀ। ਸਭ ਤੋਂ ਪਹਿਲਾਂ ਅਸੀਂ ਲੈ ਰਹੇ ਹਾਂ ਜੀ 10160 ਪਟਿਆਲਾ ਜ਼ੋਨ ਤੋਂ ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਬੇਟਾ ਜੀ। ਸਰ ਮੈਂ ਸੇਵਾ ਤੇ ਬੋਲਣਾ ਚਾਹਾਂਗੀ। ਜਿਵੇਂ ਦੀਦੀ ਜੀ ਨੇ ਦੱਸਿਆ ਸੀ ਬੇਟਾ ਜੀ ਮੇਰੀ ਹਾਂਜੀ ਹਾਂਜੀ ਜਿਵੇਂ ਕਿ ਸੇਵਾ ਜਿਹੜਾ ਤਨ ਤੇ ਮਨ ਦੀ ਸੇਵਾ ਹੁੰਦੀ ਹੈ। ਜਿਹੜੀ ਤਨ ਦੀ ਸੇਵਾ ਅਸੀਂ ਸਾਰੇ ਕਰ ਲੈਂਦੇ ਹਾਂ, ਆਪਾਂ ਤਨ ਦੀ ਸੇਵਾ ਵੀ ਕਰ ਲੈਂਦੇ ਹਾਂ, ਪਰ ਅਸੀਂ ਮਨ ਤੋਂ ਸੇਵਾ ਨਹੀਂ ਕਰਦੇ। ਸਾਨੂੰ ਮਨ ਤੋਂ ਸੇਵਾ ਕਰਨ ਦੇ ਲਈ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਗੁਰਬਾਣੀ ਦੇ ਗੁਰੂ ਸਾਹਿਬ ਦੇ ਆਸ਼ਰਮ ਅਨੁਸਾਰ ਚੱਲਣਾ ਚਾਹੀਦਾ, ਜਿਸ ਦੇ ਨਾਲ ਅਸੀਂ ਮਨ ਤੋਂ ਸੇਵਾ ਕਰੀਏ ਤੇ ਅਸੀਂ ਸੇਵਾ ਕਰਕੇ ਅਸੀਂ ਆਪਣਾ ਨਾਮ ਕਰ ਦਿੰਦੇ ਹਾਂ। ਅਸੀਂ ਕੋਈ ਵੀ ਗੁਰਦੁਆਰਾ ਸਾਹਿਬ ਵਿੱਚ ਵੀ ਕੋਈ ਸੇਵਾ ਕਰ ਦਈਏ ਤਾਂ ਉਸ ਵਿੱਚ ਅਸੀਂ ਆਪਣਾ ਨਾਮ ਕਰਦੇ ਹਾਂ ਕਿ ਇਹ ਸੇਵਾ ਮੈਂ ਕੀਤੀ ਹੈ ਤੇ ਇਸ ਤਰ੍ਹਾਂ ਸਾਡੇ ਅੰਦਰ ਹੋਮੀ ਆ ਜਾਂਦੀ ਹੈ ਤੇ ਸਾਨੂੰ ਅਸੀਂ ਆਪਣੇ ਮਨ ਤਨ ਨਾਲ ਇੰਨੀ ਮਨ ਤੋਂ ਸੇਵਾ ਕਰੀਏ ਕਿ ਸਾਡੇ ਅੰਦਰ ਹੋਮੀ ਨਾ ਆਵੇ ਤੇ ਸਾਡੀ ਸੇਵਾ ਕੀਤੀ ਵੀ ਸਫਲ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਬੇਟਾ ਜੀ, ਬਿਲਕੁਲ ਸਹੀ ਕਿਹਾ ਤੁਸੀਂ ਜੀ। ਜੇਕਰ ਅਸੀਂ ਮਨ ਦੇ ਨਾਲ ਮਨੋ ਗੁਰੂ ਦੇ ਨਾਲ ਜੁੜੇ ਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਜੇਕਰ ਸਾਡੇ ਦਿਲ ਵਿੱਚ ਗੁਰੂ ਪ੍ਰਤੀ ਪਿਆਰ ਹੈ, ਗੁਰੂ ਪ੍ਰਤੀ ਪ੍ਰੇਮ ਹੈ ਤੇ ਫਿਰ ਹੀ ਅਸੀਂ ਜਿਹੜਾ ਆ ਉਹ ਗੁਰੂ ਨੂੰ, ਪ੍ਰਮਾਤਮਾ ਨੂੰ ਪਾ ਸਕਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਬੇਟਾ ਜੀ ਆਪ ਜੀ ਦਾ। ਤੇ ਨੈਕਸਟ ਹੈ ਜੀ 11169 ਲਖਵੀਰ ਕੌਰ ਜੀ ਮੋਗਾ ਜ਼ੋਨ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਕੁਲਵੰਤ ਮੈਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੈਮ ਮੇਰਾ ਕੁਐਸਚਨ ਹੈ, ਜੋ ਤੁਸੀਂ ਫਸਟ ਸਲਾਈਡ ਕੀਤੀ ਸੀ ਉਸ ਦਾ ਸੈਕਿੰਡ ਸੈਂਟੈਂਸ ਦਾ ਮੀਨਿੰਗ ਦੱਸ ਦਿਓ। ਗਿਫਟ ਐਨ ਓਸ਼ਨ ਆਫ ਸਪਿਰਿਚੁਅਲ ਨੌਲੇਜ ਵਾਲਾ। ਹਾਂਜੀ, he gifted an ocean of spiritual knowledge। ਉਹਨਾਂ ਨੇ ਸਾਨੂੰ spiritual ਹੁੰਦਾ ਬੱਚੇ ਅਧਿਆਤਮਕ, knowledge means ਗਿਆਨ। ਉਹਨਾਂ ਨੇ ਸਾਨੂੰ ਅਧਿਆਤਮਿਕ ਗਿਆਨ ਦਾ ਇੱਕ ਸਮੁੰਦਰ ਗਿਫਟ ਕਰ ਦਿੱਤਾ ਬਾਣੀ ਦੇ ਰੂਪ ਵਿੱਚ, ਹੈ ਨਾ। ਉਹਨਾਂ ਨੇ ਆਪਣੀ ਬਾਣੀ ਦੇ ਰੂਪ ਵਿੱਚ, ਆਪਣੇ ਜੀਵਨ, ਆਪਣੇ ਸਿੱਖਿਆਵਾਂ ਦੇ ਰੂਪ ਵਿੱਚ ਸਾਨੂੰ ਅਧਿਆਤਮਿਕ ਸਿੱਖਿਆਵਾਂ ਦਾ, ਅਧਿਆਤਮਿਕ ਗਿਆਨ ਦਾ ਇੱਕ ਸਮੁੰਦਰ ਗਿਫਟ ਕਰ ਦਿੱਤਾ। ਠੀਕ ਹੈ। ਓਸ਼ਨ ਦਾ ਮਤਲਬ ਹੁੰਦਾ ਹੈ ਮਹਾਸਾਗਰ, ਓਸ਼ਨ। ਠੀਕ ਹੈ ਜੀ। ਨੈਕਸਟ ਹੈ ਜੀ EPP ਨੰਬਰ 11425 ਮੋਗਾ ਜ਼ੋਨ ਤੋਂ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਬੇਟਾ ਜੀ ਆ ਰਹੀ ਹੈ। ਸਰ ਮੈਂ ਮੈਮ ਤੋਂ ਇੱਕ ਕੁਐਸਚਨ ਪੁੱਛਣਾ ਸੀਗਾ। ਹਾਂਜੀ ਬੇਟੇ ਪੁੱਛ। ਮੈਮ ਡਿਵੋਸ਼ਨ ਦਾ ਮਤਲਬ ਕੀ ਹੈ? DEVOTION। ਹਾਂ ਬੱਚੇ, ਡਿਵੋਸ਼ਨ ਹੁੰਦਾ ਹੈ ਜਦੋਂ ਤੁਸੀਂ ਕਿਸੇ ਕੰਮ ਦੇ ਪ੍ਰਤੀ ਪੂਰੇ ਸਮਰਪਿਤ ਹੁੰਦੇ ਹੋ ਨਾ, ਸਮਰਪਿਤ, ਸਮਰਪਣ ਦੇ ਨਾਲ, that is devotion। ਠੀਕ ਹੈ। ਮਤਲਬ ਅਸੀਂ ਕਿਸੇ ਕੰਮ ਨੂੰ ਪੂਰੇ ਸਮਰਪਿਤ ਭਾਵਨਾ ਦੇ ਨਾਲ ਕਰਦੇ ਹਾਂ, ਕਿ ਅਸੀਂ ਕਹਿੰਦੇ ਹਾਂ ਬੜੇ ਡੈਡੀਕੇਸ਼ਨ ਦੇ ਨਾਲ ਕਰਦੇ ਹਾਂ, ਅਸੀਂ ਉਦੋਂ ਉਹਨੂੰ ਕਹਿੰਦੇ ਹਾਂ ਡਿਵੋਟਿਡ, ਇਸ ਕੰਮ ਦੇ ਪ੍ਰਤੀ ਪੂਰੇ ਸਮਰਪਿਤ ਆ। ਠੀਕ ਹੈ। ਨੈਕਸਟ ਹੈ ਜੀ EPP ਨੰਬਰ 10186। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਸੀ ਵੀ ਜੋ ਤੁਸੀਂ ਵਰਡ ਯੂਜ਼ ਕੀਤਾ ਸੀ ਹਿਊਮਿਲਿਟੀ, ਉਹਦਾ ਮੀਨਸ ਕੀ ਆ? ਬੱਚੇ ਹਿਊਮਿਲਿਟੀ ਹੁੰਦਾ ਹੈ ਨਿਮਾਣਾਪਨ, ਹੈ ਨਾ। ਹੰਬਲ ਵਰਡ ਹੁੰਦਾ ਨਾ, HUMBLE, ਹੰਬਲ ਹੁੰਦਾ ਹੈ ਜਦੋਂ ਤੁਹਾਡੇ ਅੰਦਰ ਪ੍ਰਾਊਡ ਨਹੀਂ ਹੁੰਦਾ, ਤੁਹਾਡੇ ਅੰਦਰ ਘਮੰਡ ਨਹੀਂ ਹੁੰਦਾ, ਤਾਂ ਅਸੀਂ ਕੀ ਕਹਿੰਦੇ ਹਾਂ, ਬਹੁਤ ਹੰਬਲ ਹੈ। ਉਹਦੇ ਵਿੱਚ ਹਿਊਮਿਲਿਟੀ ਹੈ, ਉਹਦੇ ਵਿੱਚ ਈਗੋਲੈਸਨੈਸ ਹੈ, ਉਹਦੇ ਵਿੱਚ ਮੀਕਨੈਸ ਹੈ, ਉਹਦੇ ਵਿੱਚ ਆਪਾਂ ਕਹਿੰਦੇ ਨਿਮਾਣਾਪਨ ਹੈ। ਮਤਲਬ
ਹੰਕਾਰ ਨਹੀਂ ਹੈ, ਨੀਵਾਪਨ ਹੈ, ਨਿਮਾਣਾਪਨ ਹੈ, ਉਹਨੂੰ ਅਸੀਂ ਹਿਊਮਿਲਿਟੀ ਕਹਿੰਦੇ ਹਾਂ। ਠੀਕ ਹੈ। ਓਕੇ ਮੈਮ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैम आवाज आ रही है? हाँ जी बेटे, आ रही है। मैम प्लीज सेकंड स्क्रीन शेयर कर दो। अच्छा जी, कर देंगे। ये वाली बच्चे? हाँ जी मैम। हाँ जी, बोलो जी। मैम ਇਹਦੇ ਵਿੱਚ ਜਿਹੜਾ ਸਭ ਤੋਂ ਲਾਸਟ ਤੇ ਉਹਦਾ मीनिंग ਦੱਸ ਦਿਓ। ਵੰਡ ਛਕੋ। हाँ जी। ਵੰਡ ਛਕੋ, ਸ਼ੇਅਰਿੰਗ ਵਿਦ ਅਦਰ, ਦੂਸਰਿਆਂ ਦੇ ਨਾਲ ਸ਼ੇਅਰ ਕਰੋ, ਦੂਸਰਿਆਂ ਦੇ ਨਾਲ ਵੰਡੋ, ਜੋ ਤੁਹਾਡੇ ਕੋਲ ਹੈ ਉਹਨੂੰ ਦੂਸਰਿਆਂ ਦੇ ਨਾਲ ਵੰਡੋ। ਚਾਹੇ ਤੁਹਾਡੇ ਕੋਲ ਕੋਈ ਮਨੀ ਹੈ, ਪੈਸਾ ਹੈ, ਜਾਂ ਤੁਹਾਡੀ ਨੌਲੇਜ ਹੈ, ਜਾਂ ਤੁਹਾਡੇ ਕੋਲ ਕੁਝ ਵੀ ਹੈ, ਉਹਦੇ ਨਾਲ ਦੂਸਰਿਆਂ ਦੇ ਨਾਲ ਵੰਡੋ, ਸ਼ੇਅਰ ਕਰੋ, ਹੈ ਨਾ। हाँ जी। हाँ जी, थैंक यू मैम। ओके जी। वीर जी नेक्स्ट ले लो प्लीज। वाहिगुरु जी की फतेह। वाहिगुरु जी की फतेह। मैम व्हाट इज द मीनिंग ऑफ क्रम्बल? बच्चे क्रम्बल हुंदा है किसी चीज का चूरा चूरा हो जाना, किसी चीज का चूर चूर हो जाना, क्रम्बल। वन मोर मैम, मोडेस्टी। मोडेस्टी हुंदा है जिवें अपने आप ਨੂੰ ਕਿਸੇ ਚੀਜ਼ ਤੋਂ ਰੋਕ ਕੇ ਰੱਖਣਾ, ਮੋਡੈਸਟ ਕਰਕੇ ਰੱਖਣਾ, ਕਿ ਆਪਣੇ ਆਪ ਨੂੰ ਇਹ ਨਹੀਂ ਦਿਖਾਣਾ ਕਿ ਮੈਂ ਇਹ ਕਰ ਸਕਦਾ, ਇਹ ਕਰ ਸਕਦਾ। ਆਪਣੇ ਆਪ ਨੂੰ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਵੀ, ਹੈ ਨਾ, ਕਿਸੇ ਚੀਜ਼ ਤੋਂ ਰੋਕ ਕੇ ਰੱਖਣਾ ਕਿ ਅਸੀਂ ਉਸ ਕਿਸੇ ਚੀਜ਼ ਵੱਲ, ਏਦਾਂ ਦੀ ਚੀਜ਼ ਜਿਹੜੀ ਸਾਨੂੰ ਅਟਰੈਕਟ ਕਰ ਰਹੀ ਹੈ ਉਹਦੇ ਵੱਲ ਖਿੱਚੇ ਨਹੀਂ ਜਾਣਾ, ਹੈ ਨਾ। ਅਸੀਂ ਆਪਣੇ ਵਿਚਾਰਾਂ ਨੂੰ ਕੰਟਰੋਲਿੰਗ ਵਾਲੀ ਪਾਵਰ ਹੈ ਨਾ, ਉਹਨੂੰ ਅਸੀਂ ਮੋਡੈਸਟੀ ਕਹਿੰਦੇ ਆ, ਹੈ ਨਾ। ਜਤ ਵਾਲੇ, ਹੈ ਨਾ, ਆਪਾਂ ਕਹਿੰਦੇ ਨਾ ਜਤੀ ਸਤੀ, ਉਹ ਜਤ ਵਾਲੇ, ਉਹ ਮੋਡੈਸਟੀ ਹੁੰਦਾ ਹੈ ਕਿ ਆਪਣੇ ਆਪ ਨੂੰ, ਆਪਣੀਆਂ ਇੱਛਾਵਾਂ ਨੂੰ ਕੰਟਰੋਲ ਕਰਕੇ ਰੱਖਣਾ, ਉਹ दैट इज मोडेस्टी। ठीक है। हाँ जी, बोलो बच्चे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਦੋ ਵਰਡਸ ਦਾ मीनिंग ਦੱਸਿਓ, ਇੱਕ ਡਾਕਟਰਾਈਨ ਤੇ ਦੂਜਾ ਕੰਟੈਂਪਲੇਟ। हाँ जी बच्चे, डॉक्ट्रिन है, इट इज डॉक्ट्रिन हुंदा है जिवें ਅਸੀਂ ਕਹਿ ਦਿੰਦੇ ਆ ਨਾ, ਕੋਈ ਬਿਲੀਫ, ਕੋਈ ਵਿਸ਼ਵਾਸ, ਕੋਈ ਸਿਧਾਂਤ, ਉਹਨੂੰ ਡਾਕਟਰਿਨ ਕਹਿੰਦੇ ਆ। ਸਿਧਾਂਤ ਕਹਿ ਸਕਦੇ ਹੋ ਤੁਸੀਂ, ਡਾਕਟਰਿਨ। ਮੈਮ ਕੰਟੈਂਪਲੇਟਿੰਗ ਹੁੰਦਾ ਹੈ ਜਿਵੇਂ ਅਸੀਂ ਕਹਿੰਦੇ ਆ ਆਪਣਾ ਲਿਵ ਜੋੜਨੀ, ਸੁਰਤ ਜੋੜਨੀ, ਧਿਆਣਾ, दैट इज कंटेम्पलेटिंग। जी मैम, थैंक यू। ओके जी। मैम वाहिगुरु जी का खालसा वाहिगुरु जी की फतेह। फिफ्थ स्लाइड शो कर दो जी। फिफ्थ वाली? हाँ जी मैम, एक्सेप्टेंस वाली जी। एक्सेप्टेंस वाली। का खालसा वाहिगुरु जी की फतेह। हाँ जी बोलो। हाँ जी नेक्स्ट बोल दो प्लीज। मैं वाहिगुरु जी का खालसा वाहिगुरु जी की फतेह। ਮੈਂ ਵਾਹਿਗੁਰੂ ਜੀ ਕਾ ਖਾਲਸਾ। ਮੈਮ ਮੈਮ ਇੰਗਲਿਸ਼ ਦੇ ਵਿੱਚ ਆਪਾਂ ਦੇਖਦੇ ਹਾਂ ਸੈਂਟੈਂਸਿਸ ਦੇ ਵਿੱਚ ਕਈ ਵਾਰ W ਡਬਲ ਟਾਈਮ ਤੇ U ਡਬਲ ਟਾਈਮ ਕਿਉਂ ਨਹੀਂ ਆਉਂਦੇ ਹੈਗੇ? ਬੱਚੇ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਕੀਤੀ ਸੀ, ਜਿਹੜੀ ਇਹ ਭਾਸ਼ਾ ਹੁੰਦੀ ਹੈ ਨਾ, ਕੋਈ ਵੀ ਲੈਂਗੁਏਜ ਹੁੰਦੀ ਹੈ, ਉਹਦੇ ਜਿਹੜੀ ਲੈਂਗੁਏਜ ਵਿੱਚ ਕੋਈ ਵਰਡ ਕਿਉਂ ਹੈ, ਇਹਦਾ ਕੋਈ ਜਵਾਬ ਨਹੀਂ ਹੈ। ਮੈਂ ਤੁਹਾਨੂੰ ਇੱਕ ਲਾਈਨ ਦੱਸੀ ਸੀ, ਲੈਂਗੁਏਜ ਇਜ਼ ਆਰਬਿਟਰਰੀ। ਲੈਂਗੁਏਜ, ਕੋਈ ਲੈਂਗੁਏਜ ਜਿੱਦਾਂ ਵੀ ਹੈ, ਉਹਦੇ ਵਰਡ ਜਿਸ ਤਰ੍ਹਾਂ ਵੀ ਬਣ ਗਏ, ਉਹਨੂੰ ਤੁਸੀਂ ਕਹਿ ਨਹੀਂ ਸਕਦੇ ਇਹ ਏਦਾਂ ਕਿਉਂ ਨਹੀਂ ਹੁੰਦਾ। ਤੁਹਾਨੂੰ ਉਸੇ ਤਰ੍ਹਾਂ ਹੀ ਜਿੱਦਾਂ ਲੈਂਗੁਏਜ ਹੁੰਦੀ ਹੈ ਨਾ, ਐਜ਼ ਇਟ ਇਜ਼ ਤੁਹਾਨੂੰ ਐਕਸੈਪਟ ਕਰਨੀ ਪੈਂਦੀ ਹੈ। ਠੀਕ ਹੈ। ਹਾਂਜੀ ਨੈਕਸਟ ਪਲੀਜ਼।
Ma'am, I want to ask meaning of a doctrine. ਬੱਚੇ ਡਾਕਟਰਿਨ, ਇਟਸ ਡਾਕਟਰਿਨ। ਡਾਕਟਰਿਨ ਹੁੰਦਾ ਹੈ ਕੋਈ ਸਿਧਾਂਤ, ਸਿਧਾਂਤ ਆਪਾਂ ਕਹਿ ਸਕਦੇ ਹਾਂ, ਆਈਡੀਓਲੋਜੀ ਆਪਾਂ ਕਹਿੰਦੇ ਹਾਂ ਨਾ, ਸਿਧਾਂਤ, ਕੋਈ ਵੀ ਵਿਚਾਰਧਾਰਾ, ਉਹਨੂੰ ਅਸੀਂ ਡਾਕਟਰਿਨ ਕਹਿੰਦੇ ਹਾਂ। ਠੀਕ ਹੈ मैम वाहिगुरु जी का खालसा वाहिगुरु जी की फतेह। मैम मेरा क्वेश्चन ये है कि ऑर्गेनिक वेस्ट मींस किया किदा बच्चे? ऑर्गेनिक वेस्ट। ऑर्गेनिक वेस्ट, ऑर्गेनिक ਹੁੰਦਾ ਹੈ ਜਿਹੜੀ ਚੀਜ਼ ਜਿਹੜੀ ਆਪਾਂ ਨੈਚੁਰਲ ਜਿਹਨੂੰ ਆਪਾਂ ਕਹਿੰਦੇ ਆ ਨਾ, ਔਰ ਮਤਲਬ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਵੀ ਜਿਸ ਚੀਜ਼ ਦੇ ਵਿੱਚ ਲਿਵਿੰਗ ਆਰਗੈਨਿਜ਼ਮ ਹੁੰਦਾ ਹੈ, ਜਿਵੇਂ ਆਰਗੈਨਿਕ ਵੇਸਟ ਹੋ ਗਿਆ, ਜਿਸ ਤਰ੍ਹਾਂ ਆਪਣੀ ਫਲ ਹੈ, ਸਬਜ਼ੀਆਂ, ਉਹਦੇ ਛਿਲਕੇ ਹੈ, ਕੀ ਆਰਗੈਨਿਕ ਵੇਸਟ ਹੈ ਨਾ, ਜੋ ਚੀਜ਼ ਲਿਵਿੰਗ ਫਾਰਮ ਦੇ ਵਿੱਚ ਹੁੰਦੀ ਸੀ, ਆਰਗੈਨਿਕ ਆਪਾਂ ਉਹਨੂੰ ਕਹਿ ਦਿੰਦੇ ਆ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਜੋ ਨੈਚੁਰਲ ਹੈ ਉਹਨੂੰ ਵੀ ਕਹਿ ਸਕਦੇ ਹਾਂ। ਆਰਗੈਨਿਕ ਵੇਸਟ ਹੁੰਦਾ ਜਿਸ ਤਰ੍ਹਾਂ ਆਪਣੇ ਸਬਜ਼ੀਆਂ ਦੇ ਛਿਲਕੇ ਹੈ, ਫੂਡ ਦੇ ਛਿਲਕੇ ਹੈ, ਇਹ ਸਾਡਾ ਕੀ ਆਰਗੈਨਿਕ ਵੇਸਟ ਹੈ। ਠੀਕ ਹੈ, ਨੈਚੁਰਲ ਆਪਾਂ ਕਹਿ ਸਕਦੇ ਹਾਂ, ਨੈਚੁਰਲ ਵੇਸਟ ਕਹਿ ਸਕਦੇ ਹਾਂ। ਠੀਕ ਹੈ ਜੀ, ਹਾਂਜੀ ਨੈਕਸਟ ਪਲੀਜ਼। ਵੀਰ ਜੀ ਹੋਰ ਹੈਗੇ ਨੇ ਹੈਂਡ ਰੇਸ? ਤੁਸੀਂ ਲੈ ਸਕਦੇ ਹੋ ਹੈਂਡ ਰੇਸ? ਹਾਂਜੀ ਹਾਂਜੀ ਮੈਂ ਲੈ ਲੈਂਦੀ ਹਾਂ, 2 ਹੀ ਰਹਿ ਗਏ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਹਾਂਜੀ ਹਾਂਜੀ ਮੈਮ ਵੈਲਿਊਜ਼ ਕਰ ਦੋ। ਹਾਂਜੀ ਵੈਲਿਊਜ਼ ਵਾਲੀ ਸਕਰੀਨ ਸ਼ੇਅਰ ਕਰ ਦੋ। ਕਿਹੜੀ ਵਾਲੀ ਬੱਚੇ? ਵੈਲਿਊਜ਼ ਵਾਲੀ ਸਾਰੀ? ਹਾਂਜੀ ਇਹ ਬੇਟਾ ਇਸ ਤਰ੍ਹਾਂ ਹੈ, ਮੈਂ ਗਰੁੱਪ ਦੇ ਵਿੱਚ ਪਾ ਦੇਵਾਂ ਇਹਦੀ ਪੂਰੀ ਪੀਪੀਟੀ, ਤੁਹਾਨੂੰ ਗਰੁੱਪ ਦੇ ਵਿੱਚ ਪਾ ਦੇਵਾਂ? ਪਾ ਦਿਓ ਜੀ। ਹਾਂਜੀ ਮੈਂ ਗਰੁੱਪ ਵਿੱਚ ਭੇਜ ਦਾਂਗੀ ਡੈਫੀਨਿਟਲੀ। ਠੀਕ ਹੈ ਓਕੇ ਓਕੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਸ਼ਨਿੰਗ ਸੁਪਰਸਟੀਸ਼ੀਅਸ ਦਾ ਕੀ ਮਤਲਬ ਹੈ? ਬੱਚੇ ਸ਼ਨ ਮਤਲਬ ਕਿਸੇ ਚੀਜ਼ ਨੂੰ ਛੱਡ ਦੇਣਾ, ਜਿਵੇਂ ਅਸੀਂ ਕਹਿੰਦੇ ਆ ਸ਼ਨ ਬੈਡ ਹੈਬਿਟਸ, ਬੁਰੀਆਂ ਹੈਬਿਟਸ ਨੂੰ ਛੱਡ ਦੋ, ਸ਼ਨ। तो शनिंग मीन्स टू अवॉइड, अवॉइड करो, उस तो पीछे हट जाओ। सुपरस्टिशन मतलब अंधविश्वास। ठीक है ठीक है मैम। ओके वीर जी आई थिंक होर हैंड रेज हैगे नहीं है। हाँ जी हाँ जी वाहिगुरू जी का खालसा वाहिगुरू जी की फतेह। सो ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਬੱਚਿਆਂ ਦਾ ਸੈਸ਼ਨ ਸੀ ਤੇ ਬੱਚਿਆਂ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਜਿਹੜੀ ਅੱਜ ਸੇਵਾ ਨਿਭਾਈ ਹੈ ਜੀ। ਅੱਜ ਦੇ ਸੈਸ਼ਨ 3 ਸੈਸ਼ਨ ਦੇ ਜੀ ਸੇਵਾ ਦਾ, ਖੁਸ਼ ਰਹਿਣ ਦੀ ਕਲਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਹਾਲਾਤ। ਤੇ ਅੱਜ ਦੇ ਸੈਸ਼ਨ ਵਿੱਚ ਜੋ ਵੀ ਅਸੀਂ ਸਿੱਖਿਆ, ਜੋ ਵੀ ਸੁਣਿਆ, ਜੋ ਵੀ ਅੱਜ ਸਿੱਖਿਆ, ਆਸ ਕਰਦੇ ਹਾਂ ਕਿ ਸਾਰੇ ਅਸੀਂ ਜਿਹੜਾ ਹੈ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਵਾਂਗੇ। ਜੇਕਰ ਅਸੀਂ ਜੀਵਨ ਵਿੱਚ ਆਪਣੇ ਜੀਵਨ ਵਿੱਚ ਇਸ ਨੂੰ ਅਪਣਾਵਾਂਗੇ ਤਾਂ ਹੀ ਜਿਹੜਾ ਹੈ ਫਿਰ ਅਸੀਂ ਜਿਹੜਾ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕਦੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਮ ਕੁਲਵੰਤ ਕੌਰ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਸੇਵਾ ਨਿਭਾਈ ਹੈ ਜੀ। ਮੈਂ ਵੀਰ ਜੀ ਨੂੰ ਬੇਨਤੀ ਕਰਦਾ ਕਿ ਜਾਪ ਸੇਵਾ, ਕੀਰਤਨ ਸੇਵਾ ਦੀ ਜਿਹੜੀ ਸਕਰੀਨ ਹੈ ਉਹ ਸ਼ੋ ਕਰ ਦੇਣ ਜੀ ਸਾਰਿਆਂ ਨੂੰ ਵੀ। ਜਿਹੜੇ ਬੱਚੇ ਜਾਪ ਸੇਵਾ ਲੈਣਾ ਚਾਹੁੰਦੇ ਨੇ, ਕੀਰਤਨ ਸੇਵਾ ਲੈਣਾ ਚਾਹੁੰਦੇ ਨੇ, ਜਾਂ ਉਹਨਾਂ ਦਾ ਫੀਡਬੈਕ, ਕੋਈ ਵੀ ਇਨਕੁਆਇਰੀ ਹੈ, ਉਹ ਸਕਰੀਨ ਤੇ ਦਿੱਤੇ ਨੰਬਰਾਂ ਤੇ ਜਿਹੜਾ ਆ ਉਹ ਕਰ ਸਕਦੇ ਨੇ ਜੀ। ਸੋ ਅੱਜ ਦੇ ਸੈਸ਼ਨ ਦੀ ਜਿਹੜੀ ਹੈ ਇੱਥੇ ਹੀ ਸਮਾਪਤੀ ਹੈ ਜੀ। ਕੱਲ ਫਿਰ ਅਸੀਂ ਦੁਬਾਰਾ 4 ਵਜੇ ਸਾਰਿਆਂ ਨੇ ਜਿਹੜਾ ਆ ਸਮੇਂ ਸਿਰ ਜਿਹੜਾ ਆ ਉਹ ਜੁੜ ਕੇ ਜਿਹੜਾ ਆ ਸਾਰਿਆਂ ਨੇ ਜਿਹੜਾ ਆ ਉਹ ਕੈਂਪ ਦਾ ਗੁਰਮਤਿ ਵਿਚਾਰਾਂ ਦਾ ਲਾਹਾ ਲੈਣਾ ਜੀ। ਸੋ ਇੱਥੇ ਹੀ ਅੱਜ ਦੇ ਸੈਸ਼ਨ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ